ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਮੈਂ ਔਰ ਡਾਕਟਰ ਵਰਿੰਦਰ ਸਿੰਘ ਭੁੱਲਰ ਅੱਜ ਇੱਕ ਵਾਰ ਫਿਰ ਇੱਕ ਨਵੀਂ ਵਿਚਾਰ ਚਰਚਾ ਦੇ ਨਾਲ ਤੁਹਾਡੇ ਰੂਬਰੂ ਹੋਏ ਹਾਂ। ਅਤੇ ਅੱਜ ਦੀ ਜਿਹੜੀ ਵਿਚਾਰ ਚਰਚਾ ਹੈ ਉਹ ਹੈ ਕੈਲਸ਼ੀਅਮ ਨਾਲ ਸੰਬੰਧਿਤ। ਪਰ ਕੈਲਸ਼ੀਅਮ ਨਾਲ ਸੰਬੰਧਿਤ ਤੁਸੀਂ ਪਹਿਲਾਂ ਹੋਰ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਹੋਣੀਆਂ, ਹੋਰ ਬਹੁਤ ਸਾਰੀਆਂ ਜਾਣਕਾਰੀਆਂ ਤੁਹਾਡੇ ਰੂਬਰੂ ਆਈਆਂ ਹੋਣੀਆਂ, ਬਟ ਜਿਹੜੀ ਜਾਣਕਾਰੀ ਅੱਜ ਅਸੀਂ ਲੈ ਕੇ ਆਏ ਹਾਂ ਉਹ ਜਾਣਕਾਰੀ ਕਿਵੇਂ ਵੱਖਰੀ ਹੈ ਅਤੇ ਕਿਵੇਂ ਤੁਹਾਨੂੰ ਉਹ ਜਾਣਕਾਰੀ ਬਿਲਕੁਲ ਬਾਕੀਆਂ ਨਾਲੋਂ ਵੱਖ ਨਜ਼ਰ ਆਏਗੀ, ਇਹ ਆਪਾਂ ਡਾਕਟਰ ਵਰਿੰਦਰ ਸਿੰਘ ਭੁੱਲਰ ਤੋਂ ਜਾਣਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਦੇ ਬਹੁਤ ਬਹੁਤ ਸਵਾਗਤ ਹੈ ਜੀ। ਨਿਊਜ਼ ਏਸ਼ੀਆ ਪੰਜਾਬੀ ਔਰ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ, ਕੈਲਸ਼ੀਅਮ ਇੱਕ ਅਜਿਹਾ ਪਾਰਟ ਹੈ, ਅਜਿਹਾ ਇੱਕ ਹਾਰਡ ਚੀਜ਼ ਹੈ ਜਿਹੜੀ ਹੱਡੀ ਬਣਦੀ ਹੈ, ਜਿਹਦੇ ਤੋਂ ਜਿਹੜੀ ਸੋਲਿਡ ਜਿਹੜੀ ਵੀ ਚੀਜ਼ ਆਪਾਂ ਉਸਨੂੰ ਉਹਦੇ ਤੋਂ ਕੈਲਸ਼ੀਅਮ ਦੇ ਨਾਲ ਉਹਦਾ ਤੁਲਨਾ ਕਰ ਸਕਦੇ ਹਾਂ। ਪਰ ਨਾਲ ਜਿਹੜਾ ਕੈਲਸ਼ੀਅਮ ਜੇ ਵੱਧ ਜਾਵੇ ਬੋਡੀ ਦੇ ਅੰਦਰ ਤਾਂ ਉਹ ਵੀ ਬਹੁਤ ਸਾਰਾ ਨੁਕਸਾਨ ਕਰਦਾ, ਅਤੇ ਜੇ ਘਟ ਜਾਵੇ ਤਾਂ ਉਹ ਵੀ ਬਹੁਤ ਸਾਰਾ ਨੁਕਸਾਨ ਕਰਦਾ। ਅਤੇ ਜਿਹੜਾ ਕੈਲਸ਼ੀਅਮ ਆਪਾਂ ਵੈਸੇ ਗੋਲੀਆਂ ਕੈਪਸੂਲ ਦੇ ਰਸਤੇ ਲੈ ਰਹੇ ਹਾਂ, ਉਹ ਆਪਣੇ ਆਪ ਦੇ ਵਿੱਚ ਇੱਕ ਜਿਹੜਾ ਉਹ ਲੈਬ 'ਚ ਬਣਿਆ ਹੋਇਆ ਕੈਲਸ਼ੀਅਮ ਹੈ ਜਿਹੜਾ ਕਿ ਬੋਡੀ ਨੂੰ ਸਮਝ ਹੀ ਨਹੀਂ ਆਉਂਦਾ। ਪਰ ਫਿਰ ਵੀ ਇਹਦੇ ਬਾਵਜੂਦ ਆਪਾਂ ਲੈ ਰਹੇ ਹਾਂ। ਉਹਦੇ ਨਾਲ ਕਿਹੜੇ ਰੋਗ ਕਿੱਦਾਂ ਬੋਡੀ ਦੇ ਵਿੱਚ ਕੀ ਹੋ ਰਿਹਾ ਅੱਜ ਇਹ ਲੁਕਿਆ ਨਹੀਂ ਹੈਗਾ। ਅੱਜ ਆਪਾਂ ਸਾਰੀਆਂ ਜਾਣਕਾਰੀਆਂ ਜਿਹੜੀਆਂ ਪਬਲਿਕ ਤੱਕ ਜਿਹੜੀਆਂ ਉਹ ਪਹੁੰਚਾਉਣਾ ਚਾਹੁੰਦੇ ਹਾਂ। ਮੇਰਾ ਇਹ ਮਕਸਦ ਹੈ ਕੈਲਸ਼ੀਅਮ ਦੇ ਸੰਬੰਧ 'ਤੇ ਵੀਡੀਓ ਬਣਾਉਣ ਦਾ ਕਿ ਬਹੁਤ ਸਾਰੀਆਂ ਮਿਸਕਨਸੈਪਸ਼ਨਸ ਨੇ, ਬਹੁਤ ਸਾਰੀ ਜਿਹੜੀਆਂ ਉਹ ਮਿਸਅੰਡਰਸਟੈਂਡਿੰਗ ਨੇ, ਬਹੁਤ ਪੁੱਠੀਆਂ ਧਾਰਨਾਵਾਂ ਬਣੀਆਂ ਹੋਈਆਂ ਨੇ ਵੀ ਕੈਲਸ਼ੀਅਮ ਦੀ ਦੁੱਧ ਤੋਂ ਹੀ ਮਿਲੇਗਾ ਜੀ, ਕੈਲਸ਼ੀਅਮ ਜੀ ਗੋਲੀਆਂ ਖਾ ਲਓ, ਕੈਲਸ਼ੀਅਮ ਦੀ ਘਾਟ ਪੂਰੀ ਹੋ ਜਾਏਗੀ, ਹੱਡੀ ਟੁੱਟ ਗਈ ਤਾਂ ਕੈਲਸ਼ੀਅਮ ਮਤਲਬ ਦੜ ਨਾਲ ਲੱਗ ਜਾਂਦੇ ਨੇ, ਅਤੇ ਬਹੁਤ ਸਾਰਾ। ਸਭ ਤੋਂ ਪਹਿਲਾਂ ਸਾਨੂੰ ਇਹ ਸਮਝਾਓ ਕਿ ਕੈਲਸ਼ੀਅਮ ਹੁੰਦਾ ਕੀ ਹੈ, ਬੋਡੀ ਦੇ ਅੰਦਰ ਕੈਲਸ਼ੀਅਮ ਦਾ ਰੋਲ ਕੀ ਹੈ। ਜੀ ਕੁਲਵੰਤ ਜੀ, ਵਿਸ਼ਾ ਬਹੁਤ ਅੱਛਾ ਚੁਣਿਆ ਤੁਸੀਂ। ਕੈਲਸ਼ੀਅਮ ਦੇ ਬਾਰੇ ਜਿਹੜੀ ਜਾਣਕਾਰੀ ਹੈ, ਦੇਖੋ ਵੈਲਬਿੰਗ ਹੈਲਥ ਆਰਗੇਨਾਈਜੇਸ਼ਨ ਵੀ ਇਸ ਮਿਸ਼ਨ 'ਤੇ ਕੰਮ ਕਰ ਰਹੀ ਕਿ ਅਸੀਂ ਆਪਣੀ ਉਮਰ ਨੂੰ 100 ਸਾਲ ਕਿਵੇਂ ਲੈ ਕੇ ਜਾਈਏ। ਔਰ 100 ਸਾਲ ਦੇ ਸਫ਼ਰ ਨੂੰ ਜੇ ਅਸੀਂ ਡਿਜ਼ਾਈਨ ਕਰਨਾ ਤਾਂ ਸਾਨੂੰ ਪਹਿਲਾਂ ਆਪਣਾ ਜਿਹੜਾ ਬੁਨਿਆਦ ਹੈ, ਹੱਡੀਆਂ ਦਾ ਢਾਂਚਾ ਹੈ, ਇਹਦੀ ਮਜ਼ਬੂਤੀ ਸਾਨੂੰ ਪਹਿਲ ਦੇ ਆਧਾਰ 'ਤੇ ਚਾਹੀਦੀ ਹੈ। ਬਾਕੀ ਸਾਰੀਆਂ ਚੀਜ਼ਾਂ ਦੀ ਤੁਹਾਡੇ ਕੋਲ ਨੌਲੇਜ ਹੋਵੇ ਚਾਹੇ ਨਾ ਹੋਵੇ, ਲੇਕਿਨ ਕੈਲਸ਼ੀਅਮ ਨੂੰ ਤੁਸੀਂ ਆਪਣੀ ਬਾਡੀ ਦੇ ਵਿੱਚ ਕਿਵੇਂ ਕੰਟੀਨਿਊ ਰਿਫੋਰਮ ਕਰਵਾ ਸਕੋ, ਸਰੀਰ ਤੋਂ ਕਿਵੇਂ ਤੁਸੀਂ ਆਪਣੀ ਕੈਲਸ਼ੀਅਮ ਦੀ ਮਾਤਰਾ ਨੂੰ ਪ੍ਰੋਪਰ ਰੱਖ ਸਕੋ, ਇਹਦੀਆਂ ਕਮੀਆਂ ਤੋਂ ਬਾਅਦ ਕੀ ਸਿੰਪਟਮ ਨੇ, ਇਹਦੇ ਵਧਣ ਨਾਲ ਕੀ ਸਿੰਪਟਮ ਨੇ, ਇਹਦੇ ਘਟਣ ਨਾਲ ਕੀ ਸਿੰਪਟਮ ਨੇ, ਇਹਦੇ ਬਾਰੇ ਸਾਨੂੰ ਸਾਰਿਆਂ ਕੋਲ ਬੇਸਿਕ ਗਿਆਨ ਹੋਣਾ ਜ਼ਰੂਰੀ ਹੈ। ਕਿਉਂਕਿ ਬਿਨਾਂ ਕੈਲਸ਼ੀਅਮ ਦੇ ਆਪਾਂ 100 ਸਾਲ ਦੇ ਸਫ਼ਰ ਨੂੰ ਡਿਜ਼ਾਈਨ ਨਹੀਂ ਕਰ ਸਕਦੇ। ਅਤੇ ਕੈਲਸ਼ੀਅਮ ਇਹਨੂੰ ਕਿਉਂਕਿ ਵਰਡ ਕੈਲਸ਼ੀਅਮ ਹੈ ਤਾਂ ਕੈਲਸ ਇਹ ਲੈਟਿਨ ਵਰਡ ਹੈ, ਔਰ ਇਹਦਾ ਮਤਲਬ ਚੂਨਾ ਹੁੰਦਾ ਹੈ, ਕੈਲਸ ਦਾ ਮਤਲਬ, ਠੀਕ ਹੈ। ਔਰ ਇਹਦਾ ਜਿਹੜਾ ਹੱਡੀ ਦੇ ਵਿੱਚ ਬਹੁਤ ਵੱਡਾ ਰੋਲ ਹੈ, ਹੱਡੀ ਨੂੰ ਰੀਫਾਰਮ ਕਰਨ ਦੇ ਵਿੱਚ, ਹੱਡੀ ਨੂੰ ਬਣਾਉਣ ਦੇ ਵਿੱਚ ਬਹੁਤ ਵੱਡਾ ਰੋਲ ਹੈ। ਲੇਕਿਨ ਉਸ ਤੋਂ ਇਲਾਵਾ ਵੀ ਇਹਦੇ ਸਰੀਰ ਦੇ ਵਿੱਚ ਬਹੁਤ ਸਾਰੇ ਹੋਰ ਰੋਲ ਨੇ ਜਿਹੜੇ ਕਿ ਆਪਾਂ ਅੱਗੇ ਡਿਸਕਸ਼ਨ ਕਰਾਂਗੇ। ਹੁਣ ਵੱਡੀ ਚੀਜ਼ ਇਹ ਆ ਜਾਂਦੀ ਕਿ ਇਹਦੀ ਜਦੋਂ ਕਮੀ ਆ ਜਾਂਦੀ ਨਾ ਸਾਡੇ ਸਰੀਰ ਦੇ ਵਿੱਚ, ਤਾਂ ਸਾਡਾ ਸਰੀਰ ਉਦੋਂ ਆਪਣੇ ਲੱਛਣ ਹੈ, ਜਿਹੜੇ ਸਿੰਪਟਮ ਆ ਜਿਹੜੇ ਉਹ ਸਾਨੂੰ ਦੇਣ ਲੱਗ ਪੈਂਦਾ। ਪਰ ਜਾਣਕਾਰੀ ਨਾ ਹੋਣ ਕਰਕੇ ਉਹ ਬੇਸਿਕ ਜਿਹੜੇ ਸਿੰਪਟਮ ਨੇ ਸਾਨੂੰ ਸਮਝ ਨਹੀਂ ਆਉਂਦੇ। ਅਸੀਂ ਉਹਨੂੰ ਕਈ ਵਾਰੀ ਮੋਸਟਲੀ ਹੋਰ ਐਂਗਲ 'ਚ ਲੈ ਜਾਂਦੇ ਹਾਂ। ਵੈਸੇ ਵੀ ਕੈਲਸ਼ੀਅਮ 30 ਸਾਲ ਤੋਂ ਪਹਿਲਾਂ ਅਤੇ 30 ਸਾਲ ਤੋਂ ਬਾਅਦ ਇਹਦੀ ਪਰਸੈਂਟੇਜ ਦੇ ਰੇਸ਼ੋ ਚੇਂਜ ਹੋ ਜਾਂਦੀ ਹੈ। 30 ਸਾਲ ਤੋਂ ਬਾਅਦ ਸਾਡੀ ਬਾਡੀ ਆਲਰੇਡੀ ਕੈਲਸ਼ੀਅਮ ਨੂੰ ਰਿਡਿਊਸ ਕਰਦੀ ਹੈ। ਇਹ ਕੋਈ ਰੋਗ ਨਹੀਂ ਹੈ, ਇਹ ਨੇਚਰ ਹੈ। ਸਿਰਫ ਇਨਸਾਨ ਨੇ ਆਪਣੀ ਸਮਝ ਨੂੰ ਵਧਾ ਕੇ ਉਹਦੀ ਜਿਹੜੀ ਸਟੋਰੇਜ ਹੈ ਔਰ ਉਹਦੀ ਭਰਪਾਈ ਹੈ ਉਹ ਆਪਣੇ ਨੈਚੁਰਲ ਫੂਡ ਦੇ ਜ਼ਰੀਏ, ਸੋਰਸਰ ਦੇ ਜ਼ਰੀਏ ਪੂਰੀ ਰੱਖਣੀ ਹੈ, ਠੀਕ ਹੈ। ਉਹਨੇ ਇਸ ਤਰ੍ਹਾਂ ਦੇ ਸੋਰਸ ਆਪਣੀ ਬਾਡੀ ਨੂੰ ਦੇਣੇ 30 ਸਾਲ ਤੋਂ ਬਾਅਦ, ਕਿਉਂਕਿ ਉਹਨੂੰ ਜ਼ਿਆਦਾ ਚਾਹੀਦੇ। ਫੀਮੇਲ ਦੀ ਬਾਡੀ ਜ਼ਿਆਦਾ ਰਿਡਿਊਸ ਕਰਦੀ ਹੈ ਕੈਲਸ਼ੀਅਮ ਨੂੰ, ਮੇਲ ਦੀ ਜਿਹੜੀ ਬਾਡੀ ਆ ਉਹ ਫੀਮੇਲ ਨਾਲ ਥੋੜ੍ਹਾ ਘੱਟ ਰਿਡਿਊਸ ਕਰਦੀ, ਲੇਕਿਨ ਰਿਡਿਊਸ ਦੋਨਾਂ ਦੀ ਬਾਡੀ 'ਚ ਹੁੰਦਾ ਹੈ। ਲੇਕਿਨ ਜਦੋਂ ਘਟਦਾ ਹੈ ਉਸ ਤੋਂ ਬਾਅਦ ਬਾਡੀ ਦੇ ਅੰਦਰ ਕਾਫੀ ਤਰ੍ਹਾਂ ਦੇ ਤੇਜ਼ੀ ਦੇ ਨਾਲ ਬਦਲਾਅ ਆਉਂਦੇ ਨੇ ਬਹੁਤ ਸਾਰੀਆਂ ਐਕਟੀਵਿਟੀਜ਼ ਦੇ ਵਿੱਚ। ਜਿਵੇਂ ਕਿ ਅਗਰ ਇਹਦੀ ਡੈਫੀਸ਼ੀਐਂਸੀ ਘੱਟ ਹੋ ਜਾਵੇ, ਥਕਾਵਟ ਦਾ ਮਹਿਸੂਸ ਹੋਣਾ, ਠੀਕ ਹੈ, BP ਦਾ ਵੱਧ ਜਾਣਾ, ਕੈਟਰੈਕਟ ਮੋਤੀਆ, ਠੀਕ ਹੈ, ਚਿੱਟਾ ਮੋਤੀਆ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਅੱਖਾਂ ਨਾਲ ਰਿਲੇਟਡ। ਹੁਣ ਇਹ ਜਿੰਨੀ ਵੀ ਮੈਂ ਸਿੰਪਟਮ ਦੱਸ ਰਿਹਾ, ਇੱਥੋਂ ਸਾਨੂੰ ਇਹ ਸਮਝ ਆਉਣਾ ਚਾਹੀਦਾ ਵੀ ਇਹਨਾਂ ਹਿੱਸਿਆਂ ਦੇ ਵਿੱਚ ਇਹਦੇ ਰੋਲ ਨੇ।
ਠੀਕ ਹੈ। ਜੇ ਥਕਾਵਟ ਮਹਿਸੂਸ ਹੋਈ ਮਤਲਬ ਕਿੱਥੇ ਰੋਲ ਆ, ਮਸਲ ਦੇ ਵਿੱਚ, ਠੀਕ ਹੈ, ਹੱਡੀਆਂ। ਜੇ ਹਾਈ ਬੀਪੀ ਦੀ ਸਮੱਸਿਆ ਆ ਗਈ ਹੈ ਤਾਂ ਬਲੱਡ ਵੈਜ਼ਲ ਦੇ ਵਿੱਚ ਔਰ ਹਾਰਟ ਦੀ ਪੰਪਿੰਗ ਦੇ ਵਿੱਚ ਇਹਦੇ ਰੋਲ ਨੇ। ਕੈਟਰੈਕਟ ਦੀ ਸਮੱਸਿਆ ਆ ਗਈ ਹੈ, ਇਹਦਾ ਮਤਲਬ ਅੱਖਾਂ ਦੇ ਵਿੱਚ ਇਹਦਾ ਰੋਲ ਹੈ, ਠੀਕ ਹੈ। ਚੈਸਟ ਪੇਨ, ਬਾਂਝਪਨ, ਠੀਕ ਹੈ, ਜਿਹਨੂੰ ਇਨਫਰਟੀਲਿਟੀ ਬੋਲਦੇ ਹਾਂ ਆਪਾਂ। ਹਾਈ ਕੋਲੈਸਟਰੋਲ, ਠੀਕ ਹੈ, ਮਤਲਬ ਇਹਦਾ ਲੀਵਰ 'ਚ ਰੋਲ ਹੈ। ਉਸ ਤੋਂ ਬਾਅਦ ਨਮਨੈਸ, ਜਦੋਂ ਮਸਲ ਵੀਕ ਹੁੰਦੇ ਨੇ ਤਾਂ ਨਮਨੈਸ ਵੀ ਨਾਲ ਆਉਂਦੀ। ਗਮਸ ਪ੍ਰੋਬਲਮ, ਦੰਦਾਂ ਨਾਲ ਰਿਲੇਟਡ ਸਮੱਸਿਆ, ਠੀਕ ਹੈ। ਉਸ ਤੋਂ ਮਿਰਗੀ ਦਾ ਦੌਰਾ ਪੈਣਾ ਔਰ ਭੁੱਖ ਦਾ ਘੱਟ ਲੱਗਣਾ ਔਰ ਮਿਸਕੈਰੇਜ ਦੀ ਜਿਹੜੀ ਸਮੱਸਿਆ, ਇਹ ਸਾਰੀਆਂ ਚੀਜ਼ਾਂ ਜੁੜੀਆਂ ਹੋਈਆਂ ਨੇ। ਔਰ ਚਮੜੀ ਦਾ ਡਰਾਈ ਹੋ ਜਾਣਾ, ਰੁੱਖਾ ਹੋ ਜਾਣਾ, ਇਹ ਕੈਲਸ਼ੀਅਮ ਦੀ ਕਮੀ ਤੋਂ ਬਾਅਦ ਦੇ ਸਾਡਾ ਸਰੀਰ ਜਿਹੜੇ ਸਿੰਪਟਮ ਦਿੰਦਾ ਹੈ ਉਹਦੀ ਗੱਲ ਕਰ ਰਹੇ ਹਾਂ ਆਪਾਂ। ਔਰ ਇੰਨੇ ਏਰੀਆ ਦੇ ਵਿੱਚ, ਇੰਨੀ ਜਗ੍ਹਾ ਦੇ ਵਿੱਚ ਇਹਦੇ ਰੋਲ ਨੇ, ਤਾਂ ਹੀ ਉਹ ਚੀਜ਼ਾਂ ਰਿਐਕਟ ਕਰ ਜਾਂਦੀਆਂ ਨੇ, ਰਿਸਪੌਂਡ ਨਹੀਂ ਕਰਦੀਆਂ ਦੀ ਕਮੀ ਤੋਂ ਬਾਅਦ। ਦੂਸਰੀ ਰਹੀ ਗੱਲ, ਇਹਦੀ ਜਿਹੜੀ ਸਭ ਤੋਂ ਜ਼ਿਆਦਾ ਸਟੋਰੇਜ ਹੈ, ਇਹਦੀ ਵਰਤੋਂ ਹੈ, ਉਹ ਦੰਦ ਅਤੇ ਹੱਡੀਆਂ ਦੇ ਵਿੱਚ ਸਰੀਰ ਕਰਦਾ ਹੈ। 99% ਜਿਹੜੀ ਦੰਦ ਔਰ ਹੱਡੀਆਂ ਦੇ ਵਿੱਚ ਕੈਲਸ਼ੀਅਮ ਪਾਇਆ ਜਾਂਦਾ। 1% ਜਿਹੜਾ ਰੋਲ ਹੈ ਉਹ ਬਲੱਡ ਦੇ ਵਿੱਚ ਹੈ, ਠੀਕ ਹੈ। ਬਲੱਡ ਉਸ ਤੋਂ ਬਾਅਦ ਬਹੁਤ ਸਾਰੀਆਂ ਜਿਹੜੀਆਂ ਕਿਰਿਆਵਾਂ ਕਰਦਾ, ਉਹਨਾਂ ਕਿਰਿਆਵਾਂ ਦੇ ਵਿੱਚ ਅਲੱਗ-ਅਲੱਗ ਜਗ੍ਹਾ 'ਤੇ ਇਹਦੀ ਵੰਡ ਹੋ ਜਾਂਦੀ ਹੈ, ਠੀਕ ਹੈ। ਤਾਂ ਉਹਦੇ ਵਿੱਚ ਜਿਵੇਂ ਕਿ ਕੈਲਸ਼ੀਅਮ ਪਲੱਸ ਵਿਟਾਮਿਨ ਡੀ, ਇਹ ਦੋਨੇ ਰਲ ਕੇ ਇੱਕ ਬੜਾ ਅੱਛਾ ਰੋਲ ਨਿਭਾਉਂਦੇ ਨੇ, ਠੀਕ ਹੈ। ਇਹਦੇ 'ਚ ਮੈਗਨੀਸ਼ੀਅਮ ਦਾ ਵੀ ਰੋਲ ਆ ਜਾਂਦਾ ਹੈ। ਇਹ ਤਿੰਨੇ ਅੱਛੇ ਕੰਬੀਨੇਸ਼ਨ ਨੇ ਹੱਡੀ ਦੀ ਸਟਰੈਂਥ ਵਧਾਉਣ ਵਾਸਤੇ। ਔਰ ਉਸ ਤੋਂ ਨੈਕਸਟ ਹੈਗਾ ਕਿ ਇੱਕ ਬੜੀ ਇੰਪੋਰਟੈਂਟ ਚੀਜ਼ ਆਪਾਂ ਦਰਸ਼ਕਾਂ ਅੱਗੇ ਰੱਖਾਂਗੇ। ਸਾਡਾ ਸਰੀਰ ਬਹੁਤ ਸਾਰੀਆਂ ਚੀਜ਼ਾਂ ਖੁਦ ਬਣਾਉਂਦਾ ਅਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਇਹ ਕਦੀ ਨਹੀਂ ਬਣਾ ਸਕਦਾ। ਉਦਾਹਰਨ ਦੇ ਤੌਰ 'ਤੇ ਕੋਲੈਸਟਰੋਲ ਸਾਡੀ ਬਾਡੀ ਖੁਦ ਬਣਾਉਂਦੀ ਹੈ, ਇਹਨੂੰ ਲੀਵਰ ਪ੍ਰੋਡਿਊਸ ਕਰਦਾ ਹੈਗਾ, ਠੀਕ ਹੈ। ਲੇਕਿਨ ਕੈਲਸ਼ੀਅਮ ਨੂੰ ਸਾਡਾ ਸਰੀਰ ਨਹੀਂ ਬਣਾਉਂਦਾ, ਠੀਕ ਹੈ। ਕੈਲਸ਼ੀਅਮ ਸਾਨੂੰ ਬਾਹਰੋਂ ਹੀ ਲੈਣੇ ਪੈਂਦੇ ਨੇ, ਬਾਹਰ ਹੀ ਇਹਦੇ ਸੋਰਸਸ ਸਾਨੂੰ ਜਿਹੜੇ ਕਿ ਇਕੱਠੇ ਕਰਨੇ ਪੈਂਦੇ ਨੇ। ਔਰ ਜੇ ਆਪਾਂ ਕੈਲਸ਼ੀਅਮ ਦੇ ਬਾਹਰੀ ਸੋਰਸਸ ਦੀ ਗੱਲ ਕਰੀਏ ਤਾਂ ਜੋ ਹੁਣ ਤੱਕ ਸਾਨੂੰ ਪ੍ਰਮੋਟ ਕੀਤਾ ਗਿਆ, ਜੋ ਸੁਣਾਇਆ ਗਿਆ, ਜੋ ਦੱਸਿਆ ਗਿਆ, ਚਾਹੇ ਉਹ ਸਾਡੇ ਐਕਸਪਰਟ ਦੁਆਰਾ, ਚਾਹੇ ਉਹ ਸੈਲੀਬ੍ਰਿਟੀ ਦੁਆਰਾ, ਚਾਹੇ ਮੀਡੀਆ ਦੁਆਰਾ, ਉਹ ਇਹ ਚੀਜ਼ ਦੱਸਿਆ ਗਿਆ ਕਿ ਸੰਡੇ ਹੋ ਜਾਂ ਮੰਡੇ ਰੋਜ਼ ਖਾਓ ਅੰਡੇ, ਠੀਕ ਹੈ। ਦੁੱਧ ਪੀਣਾ ਚਾਹੀਦਾ, ਇਹ ਦੱਸਿਆ ਗਿਆ। ਮੀਟ ਖਾਣਾ ਚਾਹੀਦਾ, ਜੋ ਕੈਲਸ਼ੀਅਮ ਮਿਲਦਾ, ਇਹ ਦੱਸਿਆ ਗਿਆ। ਮੱਖਣ ਖਾਣਾ ਚਾਹੀਦਾ। ਹੁਣ ਇਹ ਜਿੰਨੇ ਵੀ ਸੋਰਸਸ ਨੇ ਇਹ ਸਾਰੇ ਐਨੀਮਲ ਪ੍ਰੋਟੀਨ ਬੇਸ ਨੇ, ਠੀਕ ਹੈ। ਹੁਣ ਇੱਥੇ ਇੱਕ ਛੋਟਾ ਜਿਹਾ ਟੈਕਨੀਕਲੀ ਇੱਕ ਲਿੰਕ ਹੈ ਜੋ ਮੈਂ ਸ਼ੇਅਰ ਕਰਨਾ ਚਾਹੂੰਗਾ, ਔਰ ਇਹਦੇ 'ਚ ਕਾਫੀ ਦਰਸ਼ਕਾਂ ਦੇ ਸਵਾਲ ਕਲੀਅਰ ਹੋਣਗੇ। ਇੱਕ ਕੋਲੈਸਟਰੋਲ ਨੂੰ ਲੀਵਰ ਬਣਾ ਰਿਹਾ, ਠੀਕ ਹੈ। ਦੂਸਰਾ ਕੋਲੈਸਟਰੋਲ ਦੀ ਮਾਤਰਾ ਐਨੀਮਲ ਪ੍ਰੋਟੀਨ ਦੇ ਵਿੱਚ ਆਲਰੇਡੀ ਹੈ, ਦੁੱਧ ਵਿੱਚ ਹੈ, ਐਗਸ ਦੇ ਵਿੱਚ ਹੈ। ਹੁਣ ਇੱਕ ਨੂੰ ਬਾਡੀ ਬਣਾ ਰਹੀ ਹੈ, ਇੱਕ ਨੂੰ ਤੁਸੀਂ ਹੋਰ ਉੱਪਰੋਂ ਲੈ ਲਿਆ ਹੈ। ਹੁਣ ਕੋਲੈਸਟਰੋਲ ਪਲੱਸ ਕੋਲੈਸਟਰੋਲ ਇਜ਼ ਇਕੁਅਲ ਟੂ ਬਲੋਕੇਜ, ਠੀਕ ਹੈ। ਇਹ ਆਨਸਰ ਹੈ। ਔਰ ਇਹਨੂੰ ਸੌਖੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਲੋਕਾਂ ਨੂੰ ਜਿਹੜੇ ਕਹਿੰਦੇ ਕਿ ਦੁੱਧ ਕਿਉਂ ਬੰਦ ਕਰਵਾਇਆ ਜਾ ਰਿਹਾ, ਠੀਕ ਹੈ। ਰੀਜ਼ਨ ਅੱਛਾ, ਦੂਸਰਾ ਲਿੰਕ ਇਹ ਹੈ ਕਿਉਂਕਿ ਬਹੁਤ ਸਾਰੇ ਦਰਸ਼ਕ ਇਹ ਵੀ ਸੋਚਦੇ ਨੇ, ਕਹਿੰਦੇ ਜੀ ਸਾਡੇ ਬਜ਼ੁਰਗ ਇੰਨੇ ਟਾਈਮ ਤੋਂ ਪੀਂਦੇ ਆਏ। ਜੇ ਸਾਡੇ ਬਜ਼ੁਰਗ ਇੰਨੇ ਟਾਈਮ ਤੋਂ ਪੀਂਦੇ ਆਏ ਤਾਂ ਸਾਡੇ ਬਜ਼ੁਰਗਾਂ ਦੇ ਟਾਈਮ 'ਤੇ ਕਵਰਡ ਏਰੀਆ ਨਹੀਂ ਸੀ ਸਾਡਾ। ਅੱਜ ਸਾਡਾ ਸਭ ਦਾ ਕਵਰਡ ਏਰੀਆ। ਫਿਜ਼ੀਕਲੀ ਐਕਟੀਵਿਟੀ ਸਾਡੇ ਸਾਰੇ ਕੋਲ 10, 15, 20% ਤੋਂ ਉੱਪਰ ਨਹੀਂ ਹੈਗੀ। 80% ਹੁਣ ਜੇ ਤੁਹਾਡਾ ਲੀਵਰ ਵੀ ਕੋਲੈਸਟਰੋਲ ਬਣਾ ਰਿਹਾ ਤਾਂ ਤੁਸੀਂ ਉੱਪਰੋਂ ਇਨਟੇਕ ਵੀ ਕੋਲੈਸਟਰੋਲ ਕਰ ਲਿਆ, ਤਾਂ ਉਹਨੂੰ ਬਰਨ ਕਿੰਨੇ ਕਰਨਾ? ਤੁਹਾਡੀ ਫਿਜ਼ੀਕਲੀ ਐਕਟੀਵਿਟੀ ਨੇ। ਉਹ ਬਰਨ ਹੋਣ ਵਾਸਤੇ ਸਾਡੇ ਕੋਲ ਐਕਟੀਵਿਟੀ ਨਹੀਂ ਹਨ, ਤਾਂ ਉਹ ਅਸੀਂ ਖਾ ਪੀ ਕੇ ਬੈਠੇ ਰਹਿਣਾ। ਅੱਛਾ ਇਹਨੂੰ ਸ਼ਾਰਟ ਦੇ ਵਿੱਚ ਫਿਨਿਸ਼ ਕਰੂੰਗਾ। ਉਹ ਇਨਸਾਨ ਅੱਜ ਕਿੰਨੇ % ਲੋਕ ਨੇ ਜਿਨ੍ਹਾਂ ਦੀ ਸ਼ਰਟ ਜਿਹੜੀ ਉਹ ਪਸੀਨੇ ਨਾਲ ਭਿੱਜਦੀ ਹੈ, ਠੀਕ ਹੈ। ਆਈ ਥਿੰਕ ਪਸੀਨਾ ਤਾਂ ਅਸੀਂ ਆਉਣ ਤੱਕ ਨਹੀਂ ਦਿੰਦੇ। ਤਾਂ ਇਹ ਚੀਜ਼ਾਂ ਨੂੰ ਬਾਡੀ ਬਰਨ ਨਹੀਂ ਕਰਦੀ। ਜਦੋਂ ਬਰਨ ਨਹੀਂ ਕਰਦੀ ਤਾਂ ਐਕਸੈਸ ਅਮਾਊਂਟ ਹੋ ਜਾਂਦੀ ਹੈ, ਇਹਨਾਂ ਦੀ ਮਾਤਰਾ ਵੱਧ ਜਾਂਦੀ ਹੈ। ਉਸ ਤੋਂ ਬਾਅਦ ਇਹ ਸਾਡੀ ਹਾਰਟ ਦੀ ਆਰਟਰੀਜ਼ ਨੂੰ ਬਲੋਕ ਦਾ ਕੰਮ ਇਹਦਾ ਵਰਕ ਸ਼ੁਰੂ ਹੋ ਜਾਂਦਾ, ਜਿਹਦੇ ਨਾਲ ਸਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਨੇ। ਸੋ ਜਿਹੜਾ ਕੈਲਸ਼ੀਅਮ ਦਾ ਜਿਹੜੇ ਰੋਲ ਨੇ ਉਹ ਬੜੇ ਇੰਪੋਰਟੈਂਟ ਨੇ। ਇਹਦੇ ਸੋਰਸਸ ਜਿਹੜੇ ਹੁਣ ਤੱਕ ਆਪਾਂ ਪ੍ਰਮੋਟ ਕੀਤੇ ਗਏ ਨੇ ਉਹ ਐਨੀਮਲ ਬੇਸਡ ਪ੍ਰੋਟੀਨ ਦੇ ਰੂਪ ਸੀ। ਅੱਜ ਦਾ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ, ਇੱਕ ਤਾਂ ਇਹ ਸਮਝਾਇਆ ਜਾਵੇ ਕਿ ਐਨੀਮਲ ਬੇਸਡ ਜਾਂ ਪ੍ਰੋਟੀਨ ਹੀ ਸਾਨੂੰ ਕੈਲਸ਼ੀਅਮ ਦੇਗਾ। ਇਹ ਚੀਜ਼ ਝੂਠ ਹੈ, ਸੋਰਸਸ ਹੋਰ ਵੀ ਬਹੁਤ ਨੇ, ਠੀਕ ਹੈ। ਔਰ ਅੱਗੇ ਆਪਾਂ ਇੱਕ ਸੋਲਿਡ ਪ੍ਰਮਾਣ ਵੀ ਤੁਹਾਡੇ ਅੱਗੇ ਰੱਖਾਂਗੇ ਕਿ ਕੀ ਸਾਡਾ ਸਰੀਰ ਉਹਨਾਂ ਜੀਵਾਂ ਤੋਂ ਵੀ ਤਾਕਤਵਰ ਹੈ ਜਿਹੜੇ ਇਹ ਖਾਂਦੇ ਹੀ ਨਹੀਂ ਲੇਕਿਨ ਫਿਰ ਵੀ ਅੱਜ ਤਾਕਤਵਰ ਨੇ।
ਹੁਣ ਐਨੀਮਲ ਬੇਸਡ ਜਿਹੜਾ ਪ੍ਰੋਟੀਨ ਹੈ ਇਹਦੇ ਵਿੱਚ ਕੋਲੈਸਟਰੋਲ ਦੀ ਮਾਤਰਾ ਅੱਛੀ ਹੁੰਦੀ ਆ ਲੇਕਿਨ ਅੱਛਾ ਇੱਕ ਚੀਜ਼ ਮੈਂ ਹੋਰ ਦੱਸ ਦਿਆਂ ਦਰਸ਼ਕਾਂ ਨੂੰ ਕਿ ਦੁਨੀਆ ਦੀ ਜਿੰਨੀ ਆਬਾਦੀ ਹੈ ਉਸ ਆਬਾਦੀ ਦੇ ਵਿੱਚ ਜਿੰਨੇ ਵੀ ਹਾਰਟ ਡਿਜ਼ੀਜ਼ ਨਾਲ ਰਿਲੇਟਡ ਪੇਸ਼ੈਂਟ ਨੇ ਉਹਦਾ 80% ਆਂਕੜਾ ਸਾਡੇ ਦੇਸ਼ 'ਚ ਹੈ ਉਹਦਾ 60% 80 ਨਹੀਂ 60% ਜਿਹੜਾ ਆਂਕੜਾ ਹੈ ਉਹ ਸਾਡੇ ਦੇਸ਼ ਦੇ ਵਿੱਚ ਹੈ ਠੀਕ ਹੈ ਅਤੇ ਇੱਥੋਂ ਸਾਨੂੰ ਅਨੁਮਾਨ ਲਗਾ ਲੈਣਾ ਚਾਹੀਦਾ ਹੈ ਕਿ ਅਸੀਂ ਕਿੰਨਾ ਕੁ ਰੋਂਗ ਜਾ ਰਹੇ ਕਿੰਨਾ ਕੁ ਗਲਤ ਜਾ ਰਹੇ ਹੈਗੇ ਆ ਔਰ ਦੁਨੀਆ ਦੇ ਵਿੱਚ 80% ਅਮਾਊਂਟ ਹੀ ਸਾਡੀ ਹੈ ਹਾਰਟ ਡਿਜ਼ੀਜ਼ ਨੂੰ ਲੈ ਕੇ ਕਾਰਡੀਓ ਡਿਜ਼ੀਜ਼ ਨੂੰ ਲੈ ਕੇ ਤਾਂ ਸਾਨੂੰ ਤਾਂ ਪਹਿਲ ਦੇ ਆਧਾਰ 'ਤੇ ਇਹਨਾਂ ਚੀਜ਼ਾਂ ਨੂੰ ਸਮਝ ਲੈਣਾ ਚਾਹੀਦਾ ਸੀ ਲੇਕਿਨ ਅਸੀਂ ਅੱਜ ਵੀ ਸਵਾਦ ਦੇ ਚੱਕਰ 'ਚ ਕਈ ਵਾਰੀ ਜਿੱਦ ਕਰਦੇ ਹਾਂ ਹੁਣ ਦੂਸਰਾ ਆ ਗਿਆ ਪ੍ਰਮਾਣ ਸਰ ਹਾਥੀ ਦਾ ਵਜ਼ਨ ਕੁਆਂਟਲਾਂ 'ਚ ਹੁੰਦਾ ਬੜੀ ਤਾਕਤਵਰ ਸਰੀਰ ਆ ਉਹਦਾ ਕੁਦਰਤ ਨੇ ਉਹਨੂੰ ਬੜਾ ਬਲਵਾਨ ਬਣਾਇਆ ਘੋੜੇ ਦਾ ਸਰੀਰ ਘੋੜੇ ਨੂੰ ਸਭ ਤੋਂ ਤੇਜ਼ ਦੌੜਨ ਵਾਲਾ ਸਮਝਿਆ ਗਿਆ ਬੜਾ ਤਾਕਤਵਰ ਬੜਾ ਸਟੈਮਨਾ ਉਹਦਾ ਹਾਰਸ ਪਾਵਰ ਬੜਾ ਸਟੈਮਨਾ ਔਰ ਮਰਦ ਨੂੰ ਰਿਲੇਟ ਕੀਤਾ ਜਾਂਦਾ ਠੀਕ ਹੈ ਉਹਦੇ ਨਾਲ ਤਾਂ ਲੇਕਿਨ ਸਵਾਲ ਇਹ ਹੈ ਕਿ ਇਹ ਲੋਕ ਦੁੱਧ ਦੀ ਕੈਲਸ਼ੀਅਮ ਨਾਲ ਇਵੇਂ ਹੋਏ ਨੇ ਠੀਕ ਹੈ ਇਹਨਾਂ ਦਾ ਜੇ ਤੁਸੀਂ ਭੋਜਨ ਦੇਖੋ ਤਾਂ ਉਹੀ ਵਨਸਪਤੀ ਆ ਉਹੀ ਘਾਹ ਹੈ ਉਹੀ ਪੱਤੇ ਨੇ ਠੀਕ ਹੈ ਜਿੱਥੋਂ ਇਹਨਾਂ ਦਾ ਸਰੀਰ ਇਹਨਾਂ ਦੀ ਬਾਡੀ ਸਭ ਕੁਝ ਲੈਂਦੀ ਹੈ ਇਹਨਾਂ ਨੂੰ ਦੱਸੋ ਕਿਹੜੀ ਮੱਝ ਚੋ ਕੇ ਆਪਾਂ ਦੁੱਧ ਪਿਲਾਉਂਦੇ ਜੀ ਕਿਹੜੀ ਗਾਂ ਚੋ ਕੇ ਦੁੱਧ ਪਿਲਾਉਂਦੇ ਆ ਠੀਕ ਹੈ ਅਤੇ ਸਾਡੇ ਜੋ ਕਿਸੇ ਦਾ ਵੀ ਸਰੀਰ ਹਾਥੀ ਤੋਂ ਵਜ਼ਨਦਾਰ ਅਤੇ ਮਜ਼ਬੂਤ ਨਹੀਂ ਸਾਡੇ ਜੋ ਕਿਸੇ ਦਾ ਵੀ ਸਟੈਮਨਾ ਘੋੜੇ ਜਿੰਨਾ ਨਹੀਂ ਅਤੇ ਸਾਨੂੰ ਜਿੰਦਾ ਰਹਿਣ ਲਈ ਦੁੱਧ ਚਾਹੀਦਾ ਗੈਟਿੰਗ ਉਹ ਵੀ ਮੱਝ ਗਾਂ ਦਾ ਕਹਿੰਦੇ ਜੇ ਨਾ ਪੀਤਾ ਡਾਕਟਰ ਸਾਹਿਬ ਕਮਜ਼ੋਰੀ ਬੜੀ ਆ ਜਾਣੀ ਹੈ ਠੀਕ ਹੈ ਜੇ ਦੁੱਧ ਤੋਂ ਬਿਨਾਂ ਐਲੀਫੈਂਟ ਹਾਥੀ ਦੀ ਸਟਰੈਂਥ ਬਰਕਰਾਰ ਰਹਿੰਦੀ ਹੈ ਔਰ ਅੱਛੀ ਉਮਰ ਭੋਗਦਾ ਹੈ ਜੇ ਦੁੱਧ ਤੋਂ ਬਿਨਾਂ ਘੋੜੇ ਦੀ ਹੈਲਥ ਬਰਕਰਾਰ ਰਹਿੰਦੀ ਅੱਛਾ ਜੀਵਨ ਭੋਗਦਾ ਹੈ ਤਾਂ ਇਨਸਾਨ ਕਿਉਂ ਨਹੀਂ ਠੀਕ ਹੈ ਇਹ ਟੈਕਨੀਕਲੀ ਚੀਜ਼ ਤੁਹਾਡੇ ਅੱਗੇ ਰੱਖੀ ਦਿੱਤੀ ਹੈਗੀ ਹੈ ਕਿ ਐਕਸੈਸ ਮਾਤਰਾ ਜਿਹੜਾ ਕੋਲੈਸਟਰੋਲ ਸਾਡੀ ਬਾਡੀ ਨੂੰ ਜ਼ਹਿਰੀਲਾ ਕਰਦਾ ਹੈ ਔਰ ਕਈ ਤਰ੍ਹਾਂ ਦੀਆਂ ਬਲੋਕੇਜ ਪੈਦਾ ਕਰਦਾ ਹੈ ਔਰ ਬਹੁਤ ਸਾਰੇ ਜਿਹੜੇ ਪੇਸ਼ੈਂਟ ਆਪਣੇ ਤੱਕ ਆਏ ਉਹਨਾਂ ਨੂੰ ਇਕੱਲਾ ਅਸੀਂ ਡੇਅਰੀ ਪ੍ਰੋਡਕਟ ਬੰਦ ਕਰਵਾਉਣ ਦੀ ਹੀ ਸਲਾਹ ਦਿੱਤੀ ਔਰ ਉਹਨਾਂ ਦਾ ਫੀਡਬੈਕ ਪਹਿਲੇ ਮਹੀਨੇ 'ਚ ਹੀ ਆ ਜਾਂਦਾ ਕਿ ਡਾਕਟਰ ਸਾਹਿਬ ਪਹਿਲਾਂ ਨਾਲੋਂ ਮੈਨੂੰ ਸਾਹ ਚੜ੍ਹਨਾ ਬੰਦ ਹੋ ਗਿਆ ਧੜਕਣ ਜਿਹੜੀ ਤੇਜ਼ ਹੁੰਦੀ ਸੀ ਉਹ ਵੀ ਮੇਰੀ ਨਾਰਮਲ ਹੋ ਗਈ BP ਜਿਹੜਾ ਮੇਰਾ ਵੱਧ ਜਾਂਦਾ ਸੀ ਉਹ ਵੀ ਮੇਰਾ ਹੁਣ ਠੀਕ ਚੱਲ ਰਿਹਾ ਹੈਗਾ ਔਰ ਐਸਿਡ ਵੀ ਘਟ ਗਿਆ ਹੁਣ ਇਹ 3-4 ਸਿੰਪਟਮ ਕਿਸੇ ਦੇ ਘਰੇ ਬੈਠੇ ਠੀਕ ਹੋ ਜਾਣ ਇੱਕ ਚੀਜ਼ ਨੂੰ ਅਵੋਇਡ ਕਰਨ ਨਾਲ ਹੋਰ ਕੀ ਚਾਹੀਦਾ ਹਾਂ ਸਰੀਰ ਦਾ ਸੁਭਾਅ ਹੈ ਜਿਹੜੀ ਚੀਜ਼ ਅਸੀਂ ਰੈਗੂਲਰ ਲੈਂਦੇ ਇਨਟੇਕ ਕਰਦੇ ਹਾਂ ਜਦੋਂ ਅਸੀਂ ਇਹਨੂੰ ਇੱਕ ਵਾਰੀ ਛੱਡਦੇ ਹਾਂ ਤਾਂ ਸਰੀਰ ਨੂੰ ਮਿਸ ਕਰਦਾ ਵੀ ਇਹ ਅੱਜ ਨਹੀਂ ਆਈ ਅੱਗੇ ਤਾਂ ਰੋਜ਼ ਇੱਕ ਪਿਆਲਾ ਚਾਹ ਦੁੱਧ ਦਾ ਮੇਰੇ ਅੰਦਰ ਜਾਂਦਾ ਸੀ ਹੁਣ ਮੈਂ ਆਪਾਂ ਬੰਦ ਕਰਤਾ ਵੀਡੀਓ ਦੇਖੀ ਜਾਂ ਕਿਸੇ ਐਕਸਪਰਟ ਨੂੰ ਸੁਣਿਆ ਤਾਂ ਉਸ ਤੋਂ ਬਾਅਦ ਬੋਡੀ ਮਿਸ ਕਰਦੀ ਹੈ ਵੀ ਅੱਜ ਨਹੀਂ ਉਹ ਦੁੱਧ ਵਾਲਾ ਪਿਆਲਾ ਆਇਆ ਸਰਕੇਡੀਅਨ ਰਿਦਮ ਵਾਲਾ ਕੰਮ ਹੋ ਜਾਂਦਾ ਨਾ ਉਹ ਬਾਡੀ ਜਿਹੜੀ ਉਸੇ ਟਾਈਮ 'ਤੇ ਉਹ ਚੀਜ਼ ਮੰਗਦੀ ਹੈਗੀ ਹੈ ਅਤੇ ਜਦੋਂ ਆਪਾਂ ਉਹਦਾ ਰਿਦਮ ਤੋੜਤਾ ਅਤੇ ਫਿਰ ਉਹ ਆਪਣੇ ਆਪ ਹਾਂ ਤਾਂ ਬਾਡੀ ਡਿਮਾਂਡ ਕਰ ਲੈਂਦੀ ਉਸ ਟਾਈਮ 'ਤੇ ਤਾਂ ਇਸ ਕਰਕੇ ਆਪਾਂ ਕਹਿੰਦੇ ਜੀ ਡਾਕਟਰ ਸਾਹਿਬ ਮੈਂ ਦੁੱਧ ਛੱਡੇ ਮੈਨੂੰ ਵੀਕਨੈਸ ਹੈ ਤਾਂ ਮੈਂ ਅਕਸਰ ਕਹਿਣਾ ਹੁੰਦਾ ਹੈ ਕਿ ਜੇ ਤੁਹਾਡੀ ਕੋਈ ਹੱਡੀ ਖੁਰ ਕੇ ਇਕੱਠੀ ਹੋ ਗਈ ਤਾਂ ਮੇਰੇ ਕੋਲ ਲੈ ਆਇਓ ਜੀ ਠੀਕ ਹੈ ਬਟ ਇੰਨਾ ਜ਼ਰੂਰ ਹੈਗਾ ਕਿ ਸੋਰਸਸ ਜਿਹੜੇ ਨੇ ਅਸੀਂ ਉਹਨਾਂ ਨੂੰ ਚੇਂਜ ਕਰਕੇ ਦਿੰਦੇ ਹਾਂ ਰਿਪਲੇਸਮੈਂਟ ਦਿੰਦੇ ਹਾਂ ਕਿ ਇਹਦੀ ਜਗ੍ਹਾ 'ਤੇ ਚੀਜ਼ਾਂ ਐਡ ਕਰੋ ਠੀਕ ਹੈ ਇਹ ਨਹੀਂ ਹੈਗਾ ਕਿ ਕੈਲਸ਼ੀਅਮ ਦੇ ਅਸੀਂ ਇਹ ਤਾਂ ਕਹਿ ਨਹੀਂ ਰਹੇ ਨਾ ਕਿ ਬਿਨਾਂ ਕੈਲਸ਼ੀਅਮ ਤੋਂ ਬਾਡੀ ਗਰੋਥ ਕਰੇਗੀ ਕੈਲਸ਼ੀਅਮ ਚਾਹੀਦਾ ਲੇਕਿਨ ਸੋਰਸਸ ਸਾਨੂੰ ਨੈਚੁਰਲ ਲੈਣੇ ਪੈਣਗੇ ਹੁਣ ਕਿਉਂਕਿ ਗੱਲ ਕੈਲਸ਼ੀਅਮ ਦੀ ਹੋ ਰਹੀ ਹੈ ਤਾਂ ਆਲਰੇਡੀ ਇਹਦੇ ਨੈਚੁਰਲ ਸੋਰਸਸ ਨੇ ਜਿਨ੍ਹਾਂ ਨੂੰ ਆਪਾਂ ਕਿਉਂਕਿ ਆਪਾਂ ਹੁਣੇ ਉਦਾਹਰਨ ਦਿੱਤੀ ਹਾਥੀ ਨੂੰ ਲੈ ਕੇ ਘੋੜੇ ਨੂੰ ਲੈ ਕੇ ਪੱਤਿਆਂ ਨੂੰ ਔਰ ਵਨਸਪਤੀ ਨੂੰ ਲੈ ਕੇ ਤਾਂ ਉਹੀ ਮੈਂ ਇੱਕ ਟੇਬਲ ਸ਼ੇਅਰ ਕਰੂੰਗਾ ਸੰਗਤ ਦੇ ਅੱਗੇ ਜਿਹੜੇ ਪੱਤੇਦਾਰ ਸੋਰਸਸ ਨੇ ਸਾਡੇ ਕੋਲ ਪੱਤਾ ਗੋਭੀ ਧਨੀਆ ਰਾਜਮਾ ਅਰਬੀ ਕੇਲਾ ਖਜੂਰ ਔਰ ਸੀਤਾਫਲ ਇਹ ਵਨਸਪਤੀ ਬੇਸਡ ਜਿਹੜੇ ਨੇ ਨੈਚੁਰਲ ਕੈਲਸ਼ੀਅਮ ਸੋਰਸਸ ਨੇ ਠੀਕ ਹੈ ਕੈਲਸ਼ੀਅਮ ਹੋਰ ਵੀ ਚੀਜ਼ਾਂ 'ਚ ਨੇ ਰਾਜਮਾ ਦੇ ਵਿੱਚ ਵੀ ਅਰਬੀ ਦੇ ਵਿੱਚ ਵੀ ਰਾਜਮਾ ਤਾਂ ਵਹਿਵਾਦੀ ਮੰਨੇ ਜਾਂਦੇ ਨਹੀਂ ਇਹਨੂੰ ਤੁਸੀਂ ਡੇ ਟਾਈਮ ਲਵੋ ਤਾਂ ਕੋਈ ਵਹਿਵਾਦੀ ਨਹੀਂ ਰਾਤ ਨੂੰ ਲਵੋਗੇ ਤਾਂ ਹੁਣ ਜੇ ਤੁਸੀਂ ਚਾਵਲ ਨਾਲ ਹੀ ਲੈ ਰਹੇ ਹੋ ਤਾਂ ਉਹਦੇ ਨਾਲ ਤਾਂ ਦਿੱਕਤ ਆ ਨਾ ਠੀਕ ਹੈ ਤੁਸੀਂ ਮਿਲਟਸ ਨਾਲ ਲਵੋ ਬਹੁਤ ਅੱਛਾ ਇਹਦਾ ਹੈਗਾ ਅੱਛਾ ਇਸ ਤੋਂ ਇਲਾਵਾ ਕਮਲ ਦਾ ਜਿਹੜਾ ਫੁੱਲ ਹੈ ਉਹਦੇ ਬੀਜ ਦੇ ਵਿੱਚ ਵੀ ਇਹਦੀ ਅੱਛੀ ਮਾਤਰਾ ਪਾਈ ਜਾਂਦੀ ਹੈ ਕੈਲਸ਼ੀਅਮ ਦੀ ਹੁਣ ਇਹ ਤਾਂ ਹੋ ਗਏ ਪੱਤੇ ਦਾ ਨੈਕਸਟ ਜਿਹੜੀ ਮੈਂ ਚੀਜ਼ ਅੱਗੇ ਰੱਖਣ ਜਾ ਰਿਹਾ ਹੈਗਾ ਵਾਂ ਦਰਸ਼ਕਾਂ ਦੇ ਬੜਾ ਹੀ ਕਿਉਂਕਿ ਮੌਸਮ ਸਰਦੀ ਵਾਲਾ ਆ ਗਿਆ ਔਰ ਘਰਾਂ ਦੇ ਵਿੱਚ ਖਾਸ ਕਰ ਪੰਜਾਬ ਦੇ ਵਿੱਚ
ਅਲੱਗ-ਅਲੱਗ ਤਰ੍ਹਾਂ ਦੀ ਕੋਈ ਪੰਜੀਰੀ ਬਣਾ ਰਿਹਾ, ਕੋਈ ਅਲਸੀ ਵਾਲੇ ਲੱਡੂ ਬਣਾ ਰਿਹਾ, ਠੀਕ ਹੈ, ਕੋਈ ਚੌਲ ਦੇ ਆਟੇ ਵਾਲੇ ਲੱਡੂ ਬਣਾ ਰਿਹਾ, ਕੋਈ ਡਰਾਈ ਫਰੂਟ ਵਾਲੇ ਲੱਡੂ ਬਣਾ ਰਿਹਾ, ਠੀਕ ਹੈ। ਔਰ ਇਹ ਸਰਦੀ ਦਾ ਮੌਸਮ ਹੈ। ਇਸ ਮੌਸਮ ਦੇ ਵਿੱਚ ਜੇ ਆਪਾਂ ਕੈਲਸ਼ੀਅਮ ਨੂੰ ਨਾ ਇਨਟੇਕ ਕੀਤਾ, ਜਿਹਦੀ ਸਭ ਤੋਂ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ, ਉਸ ਤੋਂ ਬਾਅਦ ਇਹ ਮੌਸਮ ਦੁਬਾਰਾ ਆਉਣਾ ਨਹੀਂ, ਠੀਕ ਹੈ। ਤਾਂ ਉਹ ਮੈਂ ਦਰਸ਼ਕਾਂ ਅੱਗੇ ਜ਼ਰੂਰ ਰੱਖੂੰਗਾ। ਕੈਲਸ਼ੀਅਮ ਦਾ ਸਭ ਤੋਂ ਜਿਹੜਾ ਹਾਈਲੀ ਸੋਰਸ ਮੰਨਿਆ ਗਿਆ, ਉਹ ਜਿਹੜੇ ਸਫੇਦ ਤਿਲ ਨੇ ਉਹ ਸੋਰਸ ਮੰਨਿਆ ਗਿਆ। ਔਰ ਸਫੇਦ ਤਿਲਾਂ ਦੇ ਲੱਡੂ ਹੈ ਜਿਹੜੇ, ਉਹ ਸਾਨੂੰ ਬਣਾ ਕੇ ਖਾਣੇ ਚਾਹੀਦੇ ਨੇ। ਇਹ ਬੱਚਿਆਂ ਨੂੰ, ਜਵਾਨ ਔਰ ਬਜ਼ੁਰਗਾਂ ਨੂੰ, ਤਿੰਨਾਂ ਨੂੰ ਹੀ ਦੇਣੇ ਚਾਹੀਦੇ ਨੇ। ਔਰ ਇਹਦੇ ਵਿੱਚ ਦੁੱਧ ਨਾਲੋਂ 10 ਗੁਣਾ ਜ਼ਿਆਦਾ ਕੈਲਸ਼ੀਅਮ ਹੁੰਦਾ ਹੈ। ਦੁੱਧ ਨਾਲੋਂ 10 ਗੁਣਾ ਜ਼ਿਆਦਾ ਕੈਲਸ਼ੀਅਮ ਪਾਇਆ ਜਾਂਦਾ ਹੈ। ਔਰ ਦੇਖੋ ਜਿਵੇਂ ਆਪਾਂ ਦੁੱਧ ਲੈਂਦੇ ਹਾਂ, ਦੁੱਧ ਦੇ ਵਿੱਚ ਜਿਹੜੀ ਕੈਲਸ਼ੀਅਮ ਦੀ ਮਾਤਰਾ ਹੈ 1 ਲੀਟਰ ਦੇ ਵਿੱਚ 0.90 ਹੈ, ਜਿਹੜੀ ਹੈਗੀ ਆ ਨੈਨੋਗ੍ਰਾਮ ਮਿਲੀਲੀਟਰ ਦੇ ਵਿੱਚ, ਠੀਕ ਹੈ। ਹੁਣ ਜਿਹੜੀ 0.90 ਹੈ ਗ੍ਰਾਮ ਦੇ ਰੂਪ ਦੇ ਵਿੱਚ 1 ਲੀਟਰ ਦੁੱਧ ਦੇ ਵਿੱਚ, ਤਾਂ ਉਹ 1 ਗ੍ਰਾਮ ਵੀ ਨਹੀਂ ਹੋ ਰਹੀ 1 ਲੀਟਰ ਦੇ ਪਿੱਛੇ, ਠੀਕ ਹੈ। ਉਲਟਾ ਅਸੀਂ ਜਿਹੜੇ ਕੈਲਸ਼ੀਅਮ ਦੇ ਲਾਲਚ 'ਚ ਉਹਨੂੰ ਇਨਟੇਕ ਕਰ ਰਹੇ ਹਾਂ, ਉਹਦੇ ਨਾਲ ਜਿਹੜਾ ਟੌਕਸਿਨ ਐਕਸੈਸ ਆ ਰਿਹਾ ਹੈ, ਉਹਦੇ ਅੱਗੇ ਜਿੰਨਾ ਕੁ ਕੈਲਸ਼ੀਅਮ ਆ ਰਿਹਾ ਉਹ ਸਰੀਰ ਲਈ ਮੈਟਰ ਨਹੀਂ ਕਰ ਰਿਹਾ ਹੈਗਾ। ਹੁਣ ਦੂਸਰਾ ਸੋਰਸ ਇੱਕ ਹੈਗਾ ਅਨਾਜ ਦੇ ਰੂਪ, ਮਿਲਟਸ ਦੇ ਰੂਪ ਦੇ ਵਿੱਚ। ਔਰ ਮਿਲਟਸ ਦੇ ਵਿੱਚ ਰਾਗੀ ਸਭ ਤੋਂ ਜ਼ਿਆਦਾ ਅੱਛਾ ਸੋਰਸ ਹੈ। 1 ਕਿਲੋ ਰਾਗੀ ਦੇ ਵਿੱਚ 3.5 ਗ੍ਰਾਮ ਕੈਲਸ਼ੀਅਮ ਪਾਇਆ ਜਾਂਦਾ ਹੈ 1 ਕਿਲੋ ਦੇ ਵਿੱਚ। ਦੁੱਧ ਨਾਲੋਂ 3.5 ਗੁਣਾ ਜ਼ਿਆਦਾ, 3.5 ਗੁਣਾ ਜ਼ਿਆਦਾ ਉਹੀ ਹੋ ਗਿਆ। ਹੁਣ ਆ ਗਿਆ ਸਫੇਦ ਤਿਲਾਂ ਦਾ ਲੱਡੂ। ਸਫੇਦ ਤਿਲ ਅਗਰ 1 ਕਿਲੋ ਅਸੀਂ ਇਨਟੇਕ ਕਰਦੇ ਹਾਂ ਤਾਂ ਉਹਦੇ 'ਚ 10 ਗ੍ਰਾਮ ਕੈਲਸ਼ੀਅਮ ਪਾਇਆ ਜਾਂਦਾ, 10 ਗੁਣਾ ਹੋ ਗਿਆ, ਠੀਕ ਹੈ। ਤਾਂ ਜੇ ਸਾਡਾ ਮਕਸਦ ਕੈਲਸ਼ੀਅਮ ਲੈਣਾ ਹੀ ਹੈ ਤਾਂ ਅਸੀਂ ਕਿਉਂ ਨਹੀਂ ਨੈਚੁਰਲ ਸੋਰਸ ਲਈਏ, 100% ਨੈਚੁਰਲ, ਔਰ ਜਿਹਦੇ 'ਚ ਅੱਛੀ ਮਾਤਰਾ ਹੈ। ਸੋ ਕੈਲਸ਼ੀਅਮ ਦੀ ਜਿਹੜੀ ਆਪਾਂ ਵਰਤੋਂ ਕਰਨੀ, ਇਹਦਾ ਇਨਟੇਕ ਕਰਨਾ ਹੈਗਾ, ਇਹਨੂੰ ਆਪਾਂ ਜਿੰਨਾ ਨੈਚੁਰਲੀ ਕਰਦੇ ਹਾਂ, ਸਰੀਰ ਓਨਾ ਜ਼ਿਆਦਾ ਇਹਨੂੰ ਸਮਝਦਾ ਔਰ ਇਹਨੂੰ ਜਾ ਕੇ ਅੱਗੇ ਹੱਡੀ ਦੇ ਵਿੱਚ ਯੂਜ਼ੇਬਲ ਬਣਾਉਂਦਾ। ਬਲੱਡ ਦੇ ਵਿੱਚ ਜਿਹੜਾ ਇਹਦਾ 1% ਰੋਲ ਹੈ, ਇਹ ਤਾਂ ਹੀ ਨਿਭਾ ਪਾਏਗਾ ਜੇ ਕੈਲਸ਼ੀਅਮ ਆਇਨਿਕ ਫਾਰਮ ਦੇ ਵਿੱਚ ਮਿਲਦਾ ਹੈਗਾ। ਔਰ ਦੂਸਰੀ ਇੱਕ ਵੱਡੀ ਚੀਜ਼ ਮੈਂ ਇੰਪੋਰਟੈਂਟ ਦੱਸ ਦਿਆਂ, ਜਿਵੇਂ ਕਿ ਡਾਕਟਰ ਕਹਿ ਸਕਦੇ ਹਾਂ, ਰਾਜੀਵ ਦੀਕਸ਼ਿਤ ਜੀ ਨੇ ਬੜਾ ਅੱਛਾ ਫਾਰਮੂਲਾ ਦਿੱਤਾ ਹੋਇਆ ਹੈ, ਬਹੁਤ ਸਾਰੇ ਦਰਸ਼ਕਾਂ ਨੇ ਸੁਣਿਆ ਵੀ ਹੋਏਗਾ। ਉਹਨਾਂ ਨੇ ਵੀ ਚੂਨੇ ਨੂੰ ਪ੍ਰਮੋਟ ਕੀਤਾ ਸੀ ਕਿ ਚੂਨੇ ਦਾ ਇਨਟੇਕ ਅਗਰ ਆਪਾਂ ਕਣਕ ਦੇ ਦਾਣੇ ਜਿੰਨਾ ਚੂਨਾ, ਉਹਦਾ ਆਪਾਂ ਇਨਟੇਕ ਹਫ਼ਤੇ 'ਚ 3 ਦਿਨ ਹੋਵੇ ਕਣਕ ਦੇ ਦਾਣੇ ਜਿੰਨਾ, ਔਰ ਗਰਮ ਪਾਣੀ ਨਾਲ ਖਾਲੀ ਪੇਟ ਅਗਰ ਆਪਾਂ ਲੈਂਦੇ ਹਾਂ, ਇਹਨੂੰ ਆਪਾਂ ਕਣਕ ਦੇ ਦਾਣੇ ਜਿੰਨੇ ਨੂੰ ਦਹੀਂ ਦੇ ਵਿੱਚ ਵੀ ਐਡ ਕਰਕੇ ਲੈ ਸਕਦੇ ਹਾਂ, ਤਾਂ ਉਹ ਵੀ ਸਾਡੇ ਸਰੀਰ ਦੇ ਵਿੱਚ ਚੂਨੇ ਦੀ ਮਾਤਰਾ ਨੂੰ, ਮੀਨਸ ਕੈਲਸ਼ੀਅਮ ਦੀ ਮਾਤਰਾ ਨੂੰ ਪੂਰਾ ਕਰਦਾ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਬੋਡੀ ਨੂੰ ਆਇਨਿਕ ਫਾਰਮ ਸਮਝ ਆਉਂਦੀ ਹੈ। ਆਇਨਿਕ ਦਾ ਮਤਲਬ ਜਿੱਥੋਂ ਸਰੀਰ ਬਣਿਆ ਅਤੇ ਜਿਹਦਾ ਉਹ ਅੱਗੇ ਰਸ ਕਨਵਰਟ ਕਰਕੇ ਸੈੱਲ ਦੀ ਖੁਰਾਕ ਬਣਾ ਸਕੇ। ਅਤੇ ਜਿਹੜੀ ਚੀਜ਼ ਆਲਰੇਡੀ ਰੀਫਾਰਮ ਕੀਤੀ ਗਈ ਹੈ, ਤਾਂ ਸਰੀਰ ਨੂੰ ਪਹਿਲਾਂ ਉਹਨੂੰ ਅਲੱਗ-ਅਲੱਗ ਕਰਨ 'ਤੇ ਹੀ ਬਹੁਤ ਸਾਰਾ ਜ਼ੋਰ ਲੱਗਦਾ ਲੀਵਰ ਦਾ, ਤਾਂ ਉਹ ਬਿਮਾਰੀਆਂ ਦੇ ਕੰਮ ਦੀ ਵਰਤੋਂ 'ਚ ਆ ਜਾਂਦਾ, ਸਰੀਰ ਦੀ ਇਮਿਊਨਿਟੀ ਨੂੰ ਕਾਫੀ ਕੰਜ਼ਿਊਮ ਕਰ ਜਾਂਦਾ। ਸੋ ਕੈਲਸ਼ੀਅਮ ਦੇ ਸਾਡੇ ਕੋਲ ਸੋਰਸਸ ਬਹੁਤ ਅੱਛੇ ਨੇ, ਨੇਚਰ ਨੇ ਪ੍ਰੋਵਾਈਡ ਕੀਤੇ, ਖਾਸ ਕਰ ਆਪਣੇ ਵਰਗੇ ਅੱਛੇ ਦੇਸ਼ ਦੇ ਵਿੱਚ, ਤਾਂ ਸਾਨੂੰ ਨੈਚੁਰਲ ਸੋਰਸ ਰਾਹੀਂ ਜਾਣਾ ਚਾਹੀਦਾ। ਕੈਲਸ਼ੀਅਮ ਸਾਨੂੰ ਅਖਰੋਟ 'ਚ ਵੀ ਮਿਲ ਜਾਂਦਾ, ਵੈਸੇ ਕੈਲਸ਼ੀਅਮ ਆਪਾਂ ਨੂੰ ਬਦਾਮ ਦੇ ਵਿੱਚ ਵੀ ਮਿਲ ਜਾਂਦਾ, ਠੀਕ ਹੈ। ਕੈਲਸ਼ੀਅਮ ਆਪਾਂ ਨੂੰ ਕੇਲੇ ਦੇ ਵਿੱਚ ਵੀ ਮਿਲ ਜਾਂਦਾ, ਕੈਲਸ਼ੀਅਮ ਫੁੱਲ ਮਖਾਣੇ 'ਚ ਵੀ ਮਿਲ ਜਾਂਦਾ, ਕੈਲਸ਼ੀਅਮ ਭੁੱਜੇ ਹੋਏ ਛੋਲਿਆਂ ਦੇ ਵਿੱਚ ਵੀ ਮਿਲ ਜਾਂਦਾ। ਸੋਰਸ ਬਹੁਤ ਨੇ, ਲੇਕਿਨ ਜਿਵੇਂ ਕਿ ਹੁਣ ਆਪਾਂ ਤਿਲ ਵਾਲੇ ਲੱਡੂ ਦੀ ਗੱਲ ਕੀਤੀ, ਤਾਂ ਜਿਸ ਤਰ੍ਹਾਂ ਦਾ ਮੌਸਮ ਸਰਦੀ ਹੈ, ਤਾਂ ਇਹ 2 ਮਹੀਨੇ ਨੇ ਆਪਣੇ ਕੋਲ, ਦਸੰਬਰ ਔਰ ਜਨਵਰੀ। ਫੈਬ ਦੇ ਵਿੱਚ ਮੌਸਮ ਬਦਲਾਵ ਦੇ ਵਿੱਚ ਆ ਜਾਂਦਾ, ਲੇਕਿਨ ਇਹ 2 ਮਹੀਨੇ ਦੇ ਵਿੱਚ ਹਫ਼ਤੇ ਦੇ ਵਿੱਚ 1 ਲੱਡੂ ਅਗਰ ਅਸੀਂ ਜਿਹੜਾ ਗੁੜ ਦੇ ਨਾਲ ਬਣਾ ਕੇ ਤਿਲ ਦਾ ਖਾਂਦੇ ਹਾਂ, ਹਫ਼ਤੇ 'ਚ 1 ਹੈ, ਮੈਕਸੀਮਮ 2 ਤੱਕ ਜਾ ਸਕਦੀ, 2 ਉੱਪਰ ਨਹੀਂ ਜਾਣਾ ਹੁੰਦਾ। ਗੁੜ ਵਾਲੀ ਜਿਹੜੀ ਤਿਲ ਵਾਲੀ ਗੱਚਕ ਹੁੰਦੀ ਉਹ ਵੀ ਖਾ ਸਕਦੇ। ਦੇਖੋ ਉਹ ਅਗਰ ਉਹ ਪ੍ਰੋਸੈਸ ਕੀਤਾ ਹੋਈ ਫਾਰਮ ਆ ਗਈ,
ਉਹਦੀ ਅਗਰ ਕੁਆਲਿਟੀ ਵਾਕਈ ਹੀ ਬੜੀ ਨੈਚੁਰਲ ਹੈ ਤਾਂ ਉਹ ਖਾ ਸਕਦੇ ਹਾਂ ਆਪਾਂ। ਬੈਟਰ ਹੈਗਾ ਆਪਣਾ ਆਰਗੈਨਿਕ ਲੈਬ ਟੈਸਟਡ ਅੱਛਾ ਗੁੜ ਲੈ ਕੇ ਆਓ, ਉਹਨੂੰ ਘਰੇ ਗਰਮ ਕਰੋ ਔਰ ਜਿਹੜੇ ਤਿਲ ਨੇ ਉਹਦੇ ਵਿੱਚ ਮਿਕਸ ਕਰੋ, ਛੋਟਾ ਜਿਹਾ ਲੱਡੂ ਬਣਾਓ 30 ਤੋਂ 40 ਗ੍ਰਾਮ ਦਾ, ਜ਼ਿਆਦਾ ਨਹੀਂ, 30 ਤੋਂ 40 ਗ੍ਰਾਮ ਦਾ ਲੱਡੂ ਬਣਾਓ, ਹਫ਼ਤੇ 'ਚ ਇੱਕ ਲੱਡੂ ਖਾਓ, ਨਾਲੇ ਬੱਚਿਆਂ ਨੂੰ ਵੀ ਖਿਲਾਓ, ਠੀਕ ਹੈ। ਔਰ ਇਹ 2 ਮਹੀਨੇ ਆਪਣੇ ਕੋਲ ਪੂਰੇ ਪਏ ਨੇ ਜਿਹਦੇ 'ਚ ਅੱਛੀ ਸਰਦੀ ਦਾ ਲੈਵਲ ਰਹਿੰਦਾ, ਨਾਲੇ ਸਰੀਰ ਦੀ ਜਿਹੜੀ ਤਸੀਰ ਹੈ ਉਹਨੂੰ ਐਬਜ਼ੌਰਬ ਵੀ ਕਰੇਗੀ, ਉਹਨੂੰ ਵਰਤੇਗੀ ਵੀ। ਅੱਛਾ, ਉਸ ਤੋਂ ਅੱਗੇ ਆ ਗਿਆ ਸਰਦੀ ਨਿਕਲ ਗਈ, ਉਸ ਤੋਂ ਬਾਅਦ ਪਤਝੜ ਆ ਗਈ, ਫਿਰ ਗਰਮੀ ਆਉਣ ਵਾਲੀ ਹੈ। ਹੁਣ ਉਹਨਾਂ ਮੌਸਮਾਂ ਦੇ ਵਿੱਚ ਆਪਾਂ ਇਸ ਫਾਰਮੂਲੇਸ਼ਨ ਨੂੰ ਨਹੀਂ ਲੈਣਾ ਕਿਉਂਕਿ ਇਹਦੀ ਤਸੀਰ ਗਰਮ ਹੁੰਦੀ ਹੈ। ਉੱਥੇ ਆਪਾਂ ਫੁੱਲ ਮਖਾਣੇ ਐਡ ਕਰ ਸਕਦੇ ਹਾਂ, ਚਨੇ ਭੁੱਜੇ ਹੋਏ ਚਨੇ ਐਡ ਕਰ ਸਕਦੇ ਹਾਂ। ਜਿਨ੍ਹਾਂ ਦੀ ਉਮਰ 30 ਸਾਲ ਤੋਂ ਉੱਪਰ ਹੈ ਉਹ ਆਪਣੇ ਬ੍ਰੇਕਫਾਸਟ ਦੇ ਵਿੱਚ 2 ਤੋਂ 3 ਕੇਲੇ ਐਡ ਕਰੋ ਰੈਗੂਲਰ। ਬ੍ਰੇਕਫਾਸਟ ਤੋਂ 2 ਘੰਟੇ ਬਾਅਦ ਜਿਹੜਾ ਕਿ ਉਹਨੂੰ ਖਾਣਾ ਹੁੰਦਾ ਆਪਾਂ, ਔਰ 12 ਵਜੇ ਤੋਂ ਪਹਿਲੇ ਖਾਣੇ ਆ। ਈਵਨਿੰਗ ਟਾਈਮ ਨਹੀਂ ਆਪਾਂ ਕੇਲੇ ਦਾ ਇਨਟੇਕ ਕਰਨਾ। ਜਿਹਨਾਂ ਨੂੰ ਐਲਰਜੀ ਆ ਉਹਨਾਂ ਨੂੰ ਵੀ ਕੇਲੇ ਮਨਾ ਕੀਤੇ, ਐਲਰਜੀ ਕੇਲੇ ਤੇ ਦਹੀਂ ਜਿਹੜੇ ਚਾਵਲ ਮਨਾ ਕੀਤੇ? ਨਹੀਂ, ਜਿਹੜੇ ਕਫ ਟੈਂਪਰਾਮੈਂਟ ਦੀ ਬਾਡੀ ਹੈ, ਜਿਹੜਾ ਕਫ ਬਣਦਾ ਉਹਨਾਂ ਲਈ ਤਾਂ ਨਹੀਂ ਆਪਾਂ ਕਹਿ ਰਹੇ, ਲੇਕਿਨ ਜਿਨ੍ਹਾਂ ਦੀ ਕਫ ਨਹੀਂ ਬਣਦਾ ਹੈਗਾ ਤਾਂ ਉਹਨਾਂ ਲਈ ਤਾਂ ਬਹੁਤ ਅੱਛਾ ਸੋਰਸ ਹੈਗਾ ਕੇਲਾ, ਠੀਕ ਹੈ। ਔਰ ਭੁੱਜੇ ਹੋਏ ਛੋਲੇ, ਫੁੱਲ ਮਖਾਣੇ ਸਨੈਕਸ ਦੇ ਰੂਪ 'ਚ ਆਪਾਂ ਸੀਆ ਸੀਡਸ, ਅਲਸੀ ਹੋ ਗਿਆ, ਠੀਕ ਹੈ, ਅਤੇ ਇਹ ਸਾਰੀਆਂ ਪੰਪਕਿਨ ਸੀਡ, ਠੀਕ ਹੈ, ਇਹ ਸਾਰੀਆਂ ਚੀਜ਼ਾਂ ਆਪਾਂ ਇਹ ਆਪਣੇ ਰੈਗੂਲਰ ਖਾਣੇ 'ਚ ਐਡ ਕਰ ਸਕਦੇ ਹਾਂ। ਮੇਜਰ ਚੀਜ਼ ਇਹ ਹੋ ਜਾਂਦੀ ਹੈ ਕਿ ਜਿਵੇਂ ਸਾਡੀ ਉਮਰ ਵੱਧਦੀ ਹੈ, ਅਗਰ ਅਸੀਂ ਬੇਸਿਕ ਜਿਹਾ ਗਿਆਨ ਹੈ ਔਰ ਕੈਲਸ਼ੀਅਮ ਸਾਡਾ ਢਾਂਚਾ ਹੈ, ਬਾਕੀ ਤੁਹਾਨੂੰ ਨਹੀਂ ਖਾਣਾ ਖਾਣ ਦੀ, ਮੈਂ ਕਹਿੰਦਾ ਵੀ ਜੇ ਤੁਹਾਨੂੰ ਖਾਣਾ ਖਾਣ ਦੀ ਵੀ ਕੁਛ ਨਹੀਂ ਆਪਾਂ ਨੂੰ ਸਮਝ ਲੱਗ ਰਹੀ ਮੈਂ ਕੀ ਖਾਵਾਂ ਕੀ ਨਾ ਖਾਵਾਂ, ਇਕੱਲੀ ਕੈਲਸ਼ੀਅਮ ਦਾ ਬੇਸਿਕ ਗਿਆਨ ਅਸੀਂ ਰੱਖ ਲਈਏ ਨਾ, ਕੈਲਸ਼ੀਅਮ ਮੈਂ ਕਿਹੜੀ ਰੁੱਤ 'ਚ ਕਿਹੜੇ ਰੂਪ 'ਚ ਕੈਲਸ਼ੀਅਮ ਲੈਣਾ ਹੈ, ਔਰ 12 ਮਹੀਨੇ ਆਪਦੀ ਮਾਤਰਾ ਪੂਰੀ ਰੱਖ ਲਓ, ਤੁਹਾਡੇ ਸਰੀਰ ਦਾ ਢਾਂਚਾ ਸਭ ਤੋਂ ਸਟਰੋਂਗ ਬੁਨਿਆਦੀ ਢਾਂਚਾ ਬਣਦਾ। ਹੱਡੀ ਕਦੀ ਨਹੀਂ ਖੁਰ ਸਕਦੀ, ਹੱਡੀ ਕਦੀ ਵੀਕ ਨਹੀਂ ਹੋ ਸਕਦੀ, ਠੀਕ ਹੈ। ਔਰ ਜਿਹੜੀਆਂ ਕਮਜ਼ੋਰੀਆਂ ਨੇ, ਕਿਸੇ ਨੂੰ ਸਰਵਾਈਕਲ ਦਾ ਹੋ ਜਾਣਾ, ਕਿਸੇ ਦੀ ਲੰਬਰ ਸਪੌਂਡੀਲਾਈਸਿਸ ਹੋ ਜਾਣਾ, ਸਰਵਾਈਕਲ ਸਪੌਂਡੀਲਾਈਸਿਸ ਹੋ ਜਾਣਾ, ਕਿਸੇ ਦੀ ਨਸ ਚੜ੍ਹ ਜਾਣਾ, ਕਿਸੇ ਦਾ ਹੱਡੀਆਂ ਦੇ ਵਿੱਚੋਂ ਕੜਕੜ ਦੀ ਆਵਾਜ਼ ਆਉਣਾ, ਹੱਡੀਆਂ ਦਾ ਖੁਰਨਾ, ਹੱਡੀਆਂ ਦਾ ਵਧਣਾ, ਇਹ ਸਾਰੀਆਂ ਕਮੀਆਂ ਸਾਡੀਆਂ ਪੂਰੀਆਂ। ਅੱਜ ਸਾਡੇ ਕੋਲ 80% ਜਿਹੜਾ ਪੇਸ਼ੈਂਟ ਹੈ ਉਹ ਹੱਡੀ ਨਾਲ ਰਿਲੇਟਡ ਜਿਹੜਾ ਸਮੱਸਿਆ ਵਾ ਉਹਨੂੰ ਲੈ ਕੇ ਆ ਰਿਹਾ ਹੈਗਾ। ਇਹਦਾ ਮਤਲਬ ਕੀ ਹੈਗਾ ਕਿ ਢਾਂਚਾ ਸਾਡਾ ਸਭ ਤੋਂ ਕਮਜ਼ੋਰ ਹੈ। ਇਸ ਕਰਕੇ ਹੀ ਸੋਚਿਆ ਕਿ ਕੈਲਸ਼ੀਅਮ ਦੇ ਉੱਪਰ ਆਪਾਂ ਇਹ ਜਿਹੜੀ ਜਾਣਕਾਰੀ ਦਰਸ਼ਕਾਂ ਨਾਲ ਸ਼ੇਅਰ ਕਰੀਏ। ਇਹਦੇ 'ਚ ਕੈਲਸ਼ੀਅਮ ਦਾ ਇੱਕ ਵੱਡਾ ਸੋਰਸ ਡਾਕਟਰ ਸਾਹਿਬ ਨਾਰੀਅਲ ਵੀ ਮੰਨਿਆ ਜਾਂਦਾ, ਕਿਉਂਕਿ ਨਾਰੀਅਲ ਦੇ ਵਿੱਚ ਬਹੁਤ ਵੱਡੇ ਸੋਰਸ, ਕਿਉਂਕਿ ਇੱਕ ਗੱਲ ਕਹੀ ਜਾਂਦੀ ਹੈ ਵੀ ਜਿੰਨੇ ਵੀ ਹਾਰਡ ਚੀਜ਼ਾਂ ਨੇ ਖਾਣ ਵਾਲੀਆਂ ਉਹ ਸਾਰਿਆਂ ਦੇ ਵਿੱਚ ਰਿਚ ਸੋਰਸ ਆਫ ਕੈਲਸ਼ੀਅਮ ਨੇ, ਕਿਉਂਕਿ ਹਾਰਡ ਨੇ ਉਹ। ਕੀ ਨਾਰੀਅਲ ਨੂੰ ਵੀ ਆਪਾਂ ਮੰਨ ਸਕਦੇ ਹਾਂ? ਜੀ, ਨਾਰੀਅਲ ਨੂੰ ਵੀ ਮੰਨ ਸਕਦੇ ਹਾਂ, ਬਿਲਕੁਲ। ਐਕਚੁਅਲ 'ਚ ਨਾਰੀਅਲ ਦੇ ਵਿੱਚ ਜ਼ਿੰਕ ਫਾਰਮ ਬਹੁਤ ਅੱਛੀ ਹੁੰਦੀ ਹੈ, ਮੈਗਨੀਸ਼ੀਅਮ ਵੀ ਹੁੰਦਾ ਔਰ ਕੈਲਸ਼ੀਅਮ ਵੀ ਹੁੰਦਾ। ਸੋ ਮਿਨਰਲਸ ਕਾਫੀ ਅੱਛੇ ਫਰੈਂਡਲੀ ਮਿਨਰਲਸ ਨੇ ਜਿਹੜੇ ਹੱਡੀ ਨੂੰ ਚਾਹੀਦੇ ਨੇ, ਤਾਂ ਉਹਨੂੰ ਵੀ ਆਪਾਂ ਅੱਛਾ ਉਸ ਨਾਰੀਅਲ ਦੀ ਜਿਹੜੀ ਗਿਰੀ ਹੈ ਨਾ, ਉਹਨੂੰ ਅਗਰ ਅਸੀਂ ਬ੍ਰੇਕਫਾਸਟ ਦੇ ਵਿੱਚ ਜਾਂ ਲੰਚ ਟਾਈਮ ਦੇ ਵਿੱਚ, ਡਿਨਰ 'ਚ ਨਹੀਂ, ਨਾਲ ਚਬਾਉਂਦੇ ਹਾਂ ਅਤੇ ਬੜੇ ਅੱਛੇ ਰਿਜ਼ਲਟ ਨੇ ਖਾਣੇ ਦੇ ਨਾਲ ਹੀ। ਔਰ ਈਵਨ ਜਿਨ੍ਹਾਂ ਨੂੰ ਥਾਇਰਾਇਡ ਹੈ ਜਾਂ ਜਿਨ੍ਹਾਂ ਨੂੰ ਸ਼ੂਗਰ ਹੈ, ਉਹ ਤਾਂ ਰੈਗੂਲਰ ਅਗਰ ਇੱਕ ਦੀ ਕਿਊਬ ਸਾਈਜ਼ ਗਿਰੀ, ਬਿਸਕੁਟ ਟਾਈਪ ਗਿਰੀ ਐਡ ਕਰਨ ਰੈਗੂਲਰ ਖਾਣੇ ਦੇ ਵਿੱਚ ਨਾਰੀਅਲ ਦੀ ਗਿਰੀ ਨੂੰ, ਅਤੇ ਬੜੇ ਹੈਰਾਨੀਜਨਕ ਔਰ ਬੜੇ ਅੱਛੇ ਤੁਹਾਨੂੰ ਖੁਸ਼ ਕਰ ਦੇਣ ਵਾਲੇ ਰਿਜ਼ਲਟ ਉਹ ਇੱਕ ਗਿਰੀ ਸ਼ੂਗਰ ਪੇਸ਼ੈਂਟ ਨੂੰ ਦੇ ਸਕਦੀ ਹੈ। ਸ਼ੂਗਰ ਪੇਸ਼ੈਂਟ ਨੂੰ? ਜੀ। ਉਹ ਕਿੱਦਾਂ? ਆਲਰੇਡੀ ਉਹਦੇ ਨਾਲ ਉਹ ਜਿਹੜਾ ਸ਼ੂਗਰ ਦਾ ਲੈਵਲ ਹੈ ਉਹ ਬੜੇ ਅੱਛੇ ਤਰੀਕੇ ਨਾਲ ਬੈਲੈਂਸ ਕਰਨ ਦੇ ਵਿੱਚ, ਕਿਉਂਕਿ ਜ਼ਿੰਕ ਫਾਰਮ ਹੋਣ ਕਰਕੇ, ਮੈਗਨੀਸ਼ੀਅਮ ਫਾਰਮ ਹੋਣ ਕਰਕੇ ਇਨਸੂਲਿਨ ਲੈਵਲ ਨੂੰ ਉਹ ਪ੍ਰੋਡਿਊਸ ਕਰਵਾਉਂਦੀ ਹੈ ਪੈਨਕ੍ਰੀਆ ਤੋਂ, ਔਰ ਜਿਹੜੀ ਐਕਸੈਸ ਫਾਰਮ ਆਫ ਜਿਹੜੀ ਸ਼ੂਗਰ ਲੈਵਲ ਹੈ ਉਹਨੂੰ ਕੰਟਰੋਲ ਕਰਵਾਉਂਦੀ ਹੈਗੀ ਹੈ। ਤਾਂ ਉਹ ਪੈਨਕ੍ਰੀਆ ਦੀ ਜਿਹੜੀ ਇਮਿਊਨਿਟੀ ਹੈ ਕਾਫੀ ਇਨਹਾਂਸ ਕਰਦੀ, ਉਹਦੀ ਵਰਕਿੰਗ ਕਾਫੀ ਇਨਹਾਂਸ ਕਰਦੀ। ਨਾਰੀਅਲ ਪਾਣੀ ਵੀ ਜ਼ਿਆਦਾ ਬੈਟਰ, ਸੇਮ ਹੀ ਕੰਮ ਕਰਦਾ ਹੋਵੇ? ਪਾਣੀ ਦੀ ਜਿਹੜੀ ਫਾਰਮ ਆ ਜਾਂਦੀ ਹੈ ਉਹ ਨੋ ਡਾਊਟ, ਕਿਉਂਕਿ ਉਹ ਇਲੈਕਟ੍ਰੋਲਾਈਟਸ ਹੁੰਦੇ ਨੇ ਉਹਦੇ ਵਿੱਚ, ਤਾਂ ਉਹਦਾ ਆਪਣਾ ਇੱਕ ਵਰਕ ਆ ਜਾਂਦਾ, ਲੇਕਿਨ ਗਿਰੀ ਦਾ ਆਪਣਾ ਇੱਕ ਵਰਕ ਆ ਜਾਂਦਾ, ਠੀਕ ਹੈ। ਉਹਦੇ 'ਚ ਫਾਰਮ ਜਿਹੜੀ ਜ਼ਿੰਕ ਦੀ ਜ਼ਿਆਦਾ, ਮੈਗਨੀਸ਼ੀਅਮ ਦੀ ਜ਼ਿਆਦਾ, ਇਸ ਕਰਕੇ, ਔਰ ਇੱਕ ਜਿਹੜੀ ਟਰੇਸ ਫਾਰਮ ਕੈਲਸ਼ੀਅਮ ਦੀ ਵੀ ਉਹਦੇ ਵਿੱਚ ਹੈ, ਉਹਦੇ ਕਰਕੇ ਥਾਇਰਾਇਡ, ਚਮੜੀ ਔਰ ਸ਼ੂਗਰ ਦੇ ਜਿਹੜੇ ਪੇਸ਼ੈਂਟ ਹੈ ਉਹਨਾਂ ਲਈ ਇੱਕ ਹੈਲਦੀ ਉਹ ਡੋਜ਼ ਦੇ ਰੂਪ ਦੇ ਵਿੱਚ
ਸਾਹਮਣੇ ਆਉਂਦੀ ਹੈ। ਮੈਂ ਤਾਂ ਸੁਣਿਆ ਵੀ ਨਾਰੀਅਲ ਦਾ ਜਿਹੜਾ ਗਿਰੀ ਦਾ ਉਹ ਦੁੱਧ ਬਣਾ ਕੇ ਜਿਹੜਾ ਉਹਦੀ ਚਾਹ ਵੀ ਬਣਾਈ ਜਾਂਦੀ, ਕਿਉਂਕਿ ਦੂਜੇ ਦੁੱਧ ਤੋਂ ਛੁਟਕਾਰਾ ਵੀ ਮਿਲ ਸਕਦਾ। ਦੇਖੋ ਜੇ ਤਾਂ ਚਾਹ ਹੀ ਬਣਾਉਣੀ ਹੈ ਫਿਰ ਇਹ ਫੰਡੇ ਕਰਨ ਦਾ ਕੋਈ ਮਤਲਬ ਨਹੀਂ ਹੈਗਾ। ਮਤਲਬ ਚਾਹ ਦਾ ਮਤਲਬ ਹੈਗਾ ਵੀ ਆਪਾਂ ਕਾੜੇ, ਜਿੱਦਾਂ ਆਪਾਂ ਦੂਜੇ ਕਾੜੇ ਯੂਜ਼ ਕਰਦੇ ਹਾਂ ਕਿ ਬਲੈਕ ਟੀ ਹੈਗੀ, ਉਹਦੇ ਵਿੱਚ ਆਪਾਂ ਗੁੜ ਪਾ ਲਿਆ, ਜੇ ਚਿੱਟੀ ਉਹ ਕਰਨੀ ਹੈ ਤਾਂ ਫਿਰ ਆਪਾਂ ਨਾਰੀਅਲ ਦੇ ਜਿਹੜਾ ਉਹ ਦੁੱਧ ਬਣਾ ਸਕਦੇ ਹਾਂ, ਜਾਂ ਬਦਾਮ ਦਾ ਦੁੱਧ ਬਣਾ ਸਕਦੇ ਹਾਂ। ਇਹ ਵੀ ਰਿਚ ਸੋਰਸ ਆਫ ਕੈਲਸ਼ੀਅਮ, ਮੈਗਨੀਸ਼ੀਅਮ ਇਹ ਵੀ ਹੁੰਦੇ ਨੇ, ਪਲੱਸ ਨਾਲ ਦੀ ਨਾਲ ਆਪਾਂ ਨੂੰ ਜਿਹੜੀ ਉਹ ਚਾਹ ਵੀ ਚਿੱਟੀ ਪਈ। ਦੇਖੋ ਇਹਦੀ ਆਪਾਂ ਖੀਰ ਕਹਿ ਸਕਦੇ ਹਾਂ ਜੇ ਆਪਾਂ ਇੱਕ ਹੈਲਦੀ ਫਾਰਮ 'ਚ ਜਾਣਾ ਹੋਵੇ, ਕਿਉਂਕਿ ਜੇ ਵਿੱਚ ਚਾਹ ਪੱਤੀ ਐਡ ਹੋ ਗਈ ਫਿਰ ਤਾਂ ਇਹ ਵਿਚਾਰਾ ਵੀ ਮਾਰਿਆ ਗਿਆ। ਠੀਕ ਹੈ, ਤਾਂ ਇਹਦੀ ਖੀਰ ਕਹਿ ਸਕਦੇ ਹਾਂ ਆਪਾਂ। ਇਹਦੇ ਦੁੱਧ ਨੂੰ ਬਣਾ ਕੇ ਆਪਾਂ ਮਿਲਟਸ ਦੀ ਖੀਰ ਬਣਾਈਏ ਤਾਂ ਬੜੀ ਟੇਸਟੀ ਬਣਦੀ ਹੈ। ਹਾਂ, ਉਹਦੇ ਵਿੱਚ ਸ਼ੱਕਰ ਪਾਓ, ਮਿਸ਼ਰੀ ਐਡ ਕਰੋ, ਉਹਦੇ 'ਚ ਡਰਾਈ ਫਰੂਟ ਐਡ ਕਰੋ, ਬਹੁਤ ਯਮੀ ਟੇਸਟ ਹੁੰਦਾ ਉਹਦਾ। ਬਦਾਮ ਦੇ ਮਿਲਕ ਦਾ ਵੀ ਆਪਾਂ ਖੀਰ ਵੱਲ ਹੀ ਜਾਵਾਂਗੇ ਤਾਂ ਜ਼ਿਆਦਾ ਵਧੀਆ ਰਹੇਗਾ। ਅੱਛਾ, ਕੈਲਸ਼ੀਅਮ ਦਾ ਜਿਹੜਾ ਉਹ ਦੰਦਾਂ ਨਾਲ ਜਿਹੜਾ ਕਹਿੰਦੇ ਬੜਾ ਨੇੜੇ ਦਾ ਜਿਹੜਾ ਸੰਬੰਧ ਹੁੰਦਾ, ਕਿਉਂਕਿ ਦੰਦ ਜਿਹੜੇ ਨੇ ਉਹਦੇ ਜ਼ਿਆਦਾਤਰ ਜਿਹੜਾ ਉਹਦਾ ਕੈਲਸ਼ੀਅਮ ਜਿਹੜਾ ਉਹ ਦੰਦਾਂ 'ਤੇ ਯੂਜ਼ ਹੁੰਦਾ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਆਲਰੇਡੀ ਸਾਡੇ ਜਿਵੇਂ ਕਿ ਆਪਾਂ ਦੱਸ ਹੀ ਚੁੱਕੇ ਹਾਂ 99% ਜਿਹੜਾ ਕੈਲਸ਼ੀਅਮ ਆ ਤੁਹਾਡੇ ਦੰਦ ਅਤੇ ਹੱਡੀਆਂ ਦੇ ਵਿੱਚ ਇਹਦੀ ਸਟੋਰੇਜ ਹੁੰਦੀ ਹੈ। ਔਰ ਜਦੋਂ ਕੈਲਸ਼ੀਅਮ ਘਟਦਾ ਹੈ, ਇੱਕ ਤਾਂ ਦੰਦਾਂ ਦੀ ਜਿਹੜੀ ਹੈ ਮਸੂੜਿਆਂ ਦੀ ਜਿਹੜੀ ਪਕੜ ਹੈ ਉਹ ਢਿੱਲੀ ਪੈ ਜਾਂਦੀ ਹੈ। ਦੂਸਰਾ ਬਲੀਡਿੰਗ ਵੀ ਹੁੰਦੀ ਹੈ। ਪਾਇਰੀਆ ਦਾ ਪੇਸ਼ੈਂਟ ਉਹੀ ਹੋਏਗਾ ਜਿਹਦਾ ਕੈਲਸ਼ੀਅਮ ਲੈਵਲ ਘੱਟ ਹੈ। ਠੀਕ ਹੈ, ਬਲੀਡਿੰਗ ਹੋਣਾ ਔਰ ਗਰਮ ਠੰਡਾ ਲੱਗਣਾ, ਕੈਵਿਟੀ ਜ਼ਿਆਦਾ ਐਡ ਹੋਣਾ। ਠੀਕ ਹੈ, ਤਾਂ ਕੈਲਸ਼ੀਅਮ ਅਗਰ ਰਿਡਿਊਸ ਹੁੰਦਾ ਹੈ ਤਾਂ ਦੰਦਾਂ ਦੀ ਬੁਨਿਆਦ ਕਮਜ਼ੋਰ ਹੁੰਦੀ ਹੈ, ਔਰ ਜਦੋਂ ਕੋਈ ਅਸੀਂ ਹਾਰਡ ਚੀਜ਼ ਖਾਂਦੇ ਹਾਂ ਅਸੀਂ ਨਹੀਂ ਖਾ ਪਾਵਾਂਗੇ। ਤਾਂ ਇੱਕ ਤਾਂ ਵੈਸੇ ਹੀ ਸਾਡਾ ਖਾਣ ਪੀਣ ਇੰਨਾ ਲਚੀਲਾ ਅਤੇ ਸੌਫਟ ਹੋ ਗਿਆ ਨਾ ਕਿ ਸਾਡੀ ਦੰਦਾਂ ਦੀ ਐਕਸਰਸਾਈਜ਼ ਖਤਮ ਹੋ ਗਈ ਹੈ। ਪਹਿਲਾਂ ਜਿਵੇਂ ਹੁਣ ਇਸ ਰੁੱਤ ਦੀ ਗੱਲ ਕਰ ਲਈ ਜਾਵੇ, ਮੌਸਮ ਦੀ, ਪਹਿਲਾਂ ਅਸੀਂ ਇਹਨਾਂ ਦਿਨਾਂ ਦੇ ਵਿੱਚ ਗੰਨਾ ਆਉਂਦਾ ਸੀ ਔਰ ਗੰਨਾ ਨੂੰ ਚੁੱਪਿਆ ਜਾਂਦਾ ਸੀ। ਠੀਕ ਹੈ, ਅੱਜ ਉਹਦਾ ਅਸੀਂ ਇੱਕ ਆਲਟਰਨੇਟ ਕੱਢ ਲਿਆ ਕਿ ਅਸੀਂ ਜੂਸ ਪੀ ਲਿਆ। ਅਤੇ ਲੇਕਿਨ ਜਦੋਂ ਅਸੀਂ ਗੰਨੇ ਨੂੰ ਛਿੱਲਦੇ ਹਾਂ ਆਪਣੇ ਜਵਾੜਿਆਂ ਦੇ ਨਾਲ, ਉਹ ਐਕਸਰਸਾਈਜ਼ ਦਾ ਪਾਰਟ ਹੈ। ਸ਼ੂਗਰ ਜਿਹੜੀ ਉਹ ਸਲੋ ਜਾਂਦੀ ਹੈ, ਗੰਨੇ ਦਾ ਰਸ ਇੱਕਦਮ ਸ਼ੂਗਰ ਅੰਦਰ ਸੁੱਟਦਾ। ਹਾਂ, ਉਹ ਤਾਂ ਜੇ ਸਲੋ ਵੀ ਜਾਂਦੀ ਹੈ, ਪਲੱਸ ਉਹ ਸਲਾਈਵਾ 'ਚ ਐਡ ਹੋ ਕੇ ਤੁਹਾਡੀ ਕਫ ਦੀ ਦਵਾਈ ਬਣ ਜਾਂਦੀ ਹੈ। ਠੀਕ ਹੈ, ਉਹ ਲੇਕਿਨ ਉਸੇ ਨੂੰ ਤੁਸੀਂ ਬੰਦੇ ਨੂੰ ਜੂਸ ਪਿਲਾ ਦਿਓ ਤਾਂ ਉਹਨੂੰ ਕਫ ਹੋ ਜਾਣੀ ਹੈ। ਠੀਕ ਹੈ, ਪਰ ਜਦੋਂ ਅਸੀਂ ਗੰਨੇ ਨੂੰ ਚੂਪਦੇ ਹਾਂ, ਉਹਨੂੰ ਛਿੱਲਦੇ ਹਾਂ, ਐਕਸਰਸਾਈਜ਼ ਹੁੰਦੀ ਹੈ। ਦੇਖੋ ਇਹ ਆਪਣੇ ਹੱਥ ਨੇ ਨਾ, ਜੁਆਇੰਟ ਹੈ, ਤੁਸੀਂ ਵੈਸੇ ਹੀ ਆਪਣੀ ਬਾਜੂ ਨੂੰ ਇੱਕ ਦਿਨ ਇੱਕ ਜਗ੍ਹਾ 'ਤੇ ਟਿਕਾਈ ਰੱਖੋ, ਮੀਨਸ ਇਹਦੀ ਕੋਈ ਐਕਟੀਵਿਟੀ ਨਾ ਕਰਾਓ, ਅਤੇ ਅਗਲੇ ਦਿਨ ਇਹ ਵੀ ਅੱਧਮੋਈ ਹੋ ਜਾਣੀ ਹੈ। ਸੇਮ ਇਹ ਵੀ ਐਕਸਰਸਾਈਜ਼ ਦਾ ਪਾਰਟ ਹੈ। ਠੀਕ ਹੈ, ਇਹਦੀ ਅਗਰ ਇਹਦਾ ਐਕਸਰਸਾਈਜ਼ ਨਾ ਹੋਵੇ, ਇਹਦੇ 'ਤੇ ਦਬਾਅ ਨਾ ਆਵੇ ਅਤੇ ਇਹਦੇ ਉਸ ਸਟਰੈਂਥ ਹੀ ਨਹੀਂ ਬਣਦੀ। ਸਭ ਤੋਂ ਵੱਧ ਮਸਲ ਡਾਕਟਰ ਸਾਹਿਬ ਜਿਹੜੇ 43 ਮਸਲ ਜਿਹੜੇ ਨੇ ਮੂੰਹ ਦੇ ਵਿੱਚ ਹੁੰਦੇ ਨੇ, ਬਾਕੀ ਦੇ ਪਾਰਟ ਦੇ ਵਿੱਚ ਇੰਨੇ ਮਸਲ ਹੈ ਹੀ। ਮੈਂ ਉੱਥੇ ਆਉਣ ਵਾਲਾ ਸੀ ਕਿ ਜਦੋਂ ਦੰਦਾਂ ਦੇ ਮਸਲ ਪੰਪ ਹੀ ਨਹੀਂ ਕਰਨਗੇ ਤਾਂ ਉਹ ਐਨਰਜੀ ਰਿਲੀਜ਼ ਨਹੀਂ ਹੁੰਦੀ। ਅੱਛਾ, ਨਾ ਤਾਂ ਅਸੀਂ ਕੋਈ ਪਹਿਲਾਂ ਤਾਂ ਰੋਟੀ ਨਹੀਂ ਲਚੀਲੀ ਹੋ ਗਈ, ਉਹ ਇੰਨੀ ਚਬਾਉਂਦੇ ਹੀ ਨਹੀਂ ਹੈਗੇ ਅਸੀਂ ਇਹਨੂੰ। ਦੂਸਰਾ, ਨਾ ਇਸ ਤਰ੍ਹਾਂ ਦਾ ਕੋਈ ਫਰੂਟ ਅਸੀਂ ਖਾਂਦੇ ਹਾਂ, ਐਪਲ ਵੀ ਖਾਂਦੇ, ਅਤੇ ਛਿਲਕਾ ਉਤਾਰ ਕੇ ਬੜਾ ਛੋਟੇ ਪੀਸ ਕੱਟ ਕੇ ਕਿ ਇਹਦੇ ਦਬਾਅ ਨਾ ਆਵੇ। ਅਖਰੋਟ ਵੈਸੇ ਨਹੀਂ ਅਸੀਂ ਹੁਣ ਭੰਨਦੇ। ਠੀਕ ਹੈ, ਪਹਿਲਾਂ ਲੋਕ ਬਦਾਮ ਵੀ ਭੰਨ ਲੈਂਦੇ ਸੀ, ਅੱਜ ਕੱਲ੍ਹ ਤਾਂ ਭੰਨੇ ਬਣਾਏ ਆਉਂਦੇ, ਗਿਰੀਆਂ ਆਉਂਦੀਆਂ ਨੇ, ਵਿੱਚੋਂ ਆਇਲ ਕੱਢਿਆ ਹੁੰਦਾ। ਠੀਕ ਹੈ, ਗੰਨਾ ਵੀ ਅਸੀਂ ਚੂਪਣਾ ਬੰਦ ਕਰ ਦਿੱਤਾ। ਠੀਕ ਹੈ, ਐਪਲ ਨੂੰ ਡਾਇਰੈਕਟ ਖਾਣਾ। ਔਰ ਪਹਿਲਾਂ ਕੀ ਹੁੰਦਾ ਸੀ ਕਿ ਪਹਿਲਾਂ ਖੇਤ 'ਚ ਜਾਂਦੇ ਸੀ, ਕੋਈ ਚੀਜ਼ ਨੂੰ ਤੋੜਿਆ, ਧੋਤਾ ਔਰ ਉੱਥੇ ਖਾ ਲਿਆ। ਠੀਕ ਹੈ, ਹੁਣ ਸਭ ਕੁਛ ਚੇਂਜ ਹੋ ਚੁੱਕਿਆ, ਪਤਾ ਦਰਸ਼ਕਾਂ ਨੂੰ। ਤਾਂ ਇਹਦੀ ਐਕਸਰਸਾਈਜ਼ ਵੀ ਖਤਮ ਹੋ ਗਈ। ਮਸਲ ਉਹ ਚੀਜ਼ਾਂ ਨੂੰ ਨਹੀਂ, ਮਸਲ ਦੇ ਵਿੱਚ ਉਹ ਕੈਮੀਕਲ ਰਿਲੀਜ਼ ਨਹੀਂ ਹੁੰਦੇ ਜੋ ਉਹਨੂੰ ਪੰਪ ਕਰਨ ਤੋਂ ਬਾਅਦ ਇਹਨੂੰ ਇੱਕ ਸਟਰੈਂਥ ਦੇ ਸਕਣ। ਔਰ ਦੂਸਰੇ ਰਹਿੰਦੀ ਖੁੰਦੀ ਕਸਰ, ਸਾਡਾ ਫੂਡ ਇਸ ਤਰ੍ਹਾਂ ਦਾ ਜਿੱਥੇ ਕੈਲਸ਼ੀਅਮ ਹੋਰ ਰਿਡਿਊਸ ਹੋਵੇ। ਠੀਕ ਹੈ, ਸੋ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਹੀ ਇਹ ਸੀ ਕਿ ਅਸੀਂ ਆਪਣੇ ਬੁਨਿਆਦੀ ਢਾਂਚੇ ਨੂੰ ਸੋਚ ਸਕੀਏ, ਸਮਝ ਸਕੀਏ ਅਤੇ 100 ਸਾਲ ਦੀ ਜ਼ਿੰਦਗੀ ਨੂੰ ਡਿਜ਼ਾਈਨ ਕਰ ਸਕੀਏ। ਡਾਕਟਰ ਸਾਹਿਬ, ਇਹ ਤਾਂ ਤੁਸੀਂ ਦੱਸਤਾ ਵੀ ਕੈਲਸ਼ੀਅਮ ਘਟ ਜੇ ਤਾਂ ਆਹ ਪੰਗੇ ਪੈ ਜਾਂਦੇ ਨੇ, ਹੁਣ ਕੈਲਸ਼ੀਅਮ ਵੱਧ ਜਾਏ ਤਾਂ ਉਹਦਾ ਵੀ ਤੁਸੀਂ ਦੱਸਦਾ ਵੀ ਕੀ ਪੰਗਾ ਪੈਂਦਾ। ਪਹਿਲੀ ਤਾਂ ਚੀਜ਼ ਹੈਗੀ ਹੈ ਕਿ ਬਹੁਤ ਘੱਟ ਬਾਡੀਜ਼ ਮਿਲੀਆਂ ਜਿਨ੍ਹਾਂ 'ਚ ਕੈਲਸ਼ੀਅਮ ਵਧਿਆ ਮਿਲੇਗਾ। ਹਾਂ, ਇਹਦੀ ਅਗਰ ਅਸੀਂ ਕੋਈ ਆਰਟੀਫਿਸ਼ੀਅਲ ਫਾਰਮ ਲੈ ਰਹੇ ਹਾਂ, ਨਕਲੀ ਜਿਹੜਾ ਕੈਲਸ਼ੀਅਮ ਲੈਂਦੇ ਹਾਂ, ਅਗਰ ਉਹਦੀ ਮਾਤਰਾ ਐਕਸੈਸ ਹੋ ਜਾਏ ਤਾਂ ਇਹ ਟੌਕਸਿਨ 'ਚ ਕਨਵਰਟ ਹੋ ਜਾਂਦਾ ਹੈ। ਠੀਕ ਹੈ, ਟੌਕਸਿਨ ਮੋਸਟਲੀ ਜਿਵੇਂ ਸਟੋਨ ਦਾ ਬਣ ਜਾਣਾ। ਠੀਕ ਹੈ, ਬਾਡੀ ਦੇ ਵਿੱਚ ਬਲੋਕੇਜ ਦਾ ਬਣ ਜਾਣਾ। ਔਰ ਸਟੋਨ ਵੀ ਇਹ ਗੋਲ ਦੀ ਸਟੋਨ ਔਰ ਕਿਡਨੀ ਦੀ ਸਟੋਨ ਦੋਨੇ ਰੂਪ ਦੇ ਵਿੱਚ
ਤੀਸਰਾ ਹੈਗਾ ਇਹਨੇ ਲੀਵਰ ਦੇ ਜਾਂ ਬਹੁਤ ਸਾਰੀਆਂ ਐਕਟੀਵਿਟੀਜ਼ ਦੇ ਵਿੱਚ ਇੱਕ ਇਹ ਲਗਾ ਲਓ ਕਿ ਉਹ ਰੁਕਾਵਟ ਦਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈਗਾ, ਠੀਕ ਹੈ। ਔਰ ਪਾਸ ਕਰਨ ਦੇ ਵਿੱਚ ਵੀ ਪ੍ਰੋਬਲਮ ਕਰੇਗਾ ਨੈਚੁਰਲੀ ਕਿਡਨੀ 'ਚ ਇਨਫੈਕਸ਼ਨ ਵੱਧ ਜਾਂਦੀ ਹੈ। ਦੇਖੋ ਟੌਕਸਿਨ ਮਤਲਬ ਗੰਦਗੀ ਜਿੰਨੀ ਜ਼ਿਆਦਾ ਲੀਵਰ ਕੋਲ ਆਏਗੀ ਉਨੀ ਜ਼ਿਆਦਾ ਕਿਡਨੀ ਕੋਲ ਆਏਗੀ, ਅਤੇ ਫਿਰ ਉਹ ਸਾਰੇ ਪ੍ਰੋਸੈਸ ਨੂੰ ਕਰਨ ਲਈ ਸਰੀਰ ਨੂੰ ਬਹੁਤ ਜ਼ਿਆਦਾ ਸਟੈਮਿਨਾ ਆਪਣਾ ਵਧਾਉਣਾ ਪੈਂਦਾ ਹੈ। ਔਰ ਇੰਨੀ ਬਾਡੀ ਦੀ ਫਿਜ਼ੀਕਲ ਐਕਟੀਵਿਟੀ ਨਹੀਂ ਹੁੰਦੀ ਕਿ ਉਹਨੂੰ ਉਹ ਫਲਸ਼ ਕਰ ਪਾਵੇ। ਉਹ ਬਹੁਤ ਉਹਦਾ ਉਸ ਇਨਫੈਕਸ਼ਨ ਦਾ ਬਹੁਤ ਵੱਡਾ ਹਿੱਸਾ ਅੰਦਰ ਵੀ ਸਟੋਰ ਰਹਿ ਜਾਂਦਾ, ਜਿਹਦੇ ਨਾਲ ਅੱਗੇ ਯੂਰਿਨ ਪਾਸ ਕਰਨ ਦੇ ਵਿੱਚ ਵੀ ਦਿੱਕਤ ਆਉਂਦੀ, ਜਲਣ ਹੁੰਦੀ ਹੈ, ਯੂਰਿਨ ਬਰਨਿੰਗ ਹੁੰਦੀ ਹੈ, ਉਸ ਤੋਂ ਬਾਅਦ ਸਟੋਨ ਬਣਦਾ ਹੈ। ਔਰ ਉਹ ਕਈ ਵਾਰੀ ਸਟੋਨ ਇੰਨੇ ਜ਼ਿਆਦਾ ਬਣਦੇ ਨੇ, ਇੰਨੀ ਸਪੀਡ ਨਾਲ ਬਣਦੇ ਆ ਕਿ ਪੇਸ਼ੈਂਟ ਨੂੰ ਬਹੁਤ ਵਾਰੀ ਆਪਰੇਸ਼ਨ ਕਰਵਾਉਣਾ ਪੈਂਦਾ, ਵਾਰ-ਵਾਰ ਕਈ ਤਰ੍ਹਾਂ ਦੇ ਉਹਨੂੰ ਫਿਰ ਮੈਡੀਸਿਨਸ ਵੱਲ ਮੂਵ ਕਰਨਾ ਪੈਂਦਾ ਜੀ। ਜਿਹੜਾ ਕੈਲਸ਼ੀਅਮ ਦੇ ਜਿਹੜੀ ਉਹ ਬੋਡੀ ਦੇ ਵਿੱਚ ਜਿਹੜੀ ਮਿਆਰ ਹੈ, ਕੈਲਸ਼ੀਅਮ ਦਾ ਜਿਹੜਾ ਬੋਡੀ ਦੇ ਵਿੱਚ ਜਿਹੜੀ ਉਹ ਨੰਬਰ ਆਫ ਕੈਲਸ਼ੀਅਮ ਜਿੰਨਾ ਹੋਣਾ ਚਾਹੀਦਾ ਰਿਕੁਆਇਰਡ ਹੁੰਦਾ, ਉਹ ਪੂਰਾ ਰਹੇ, ਇਹਦੇ ਲਈ ਕੀ ਕਰਨਾ, ਨਾ ਵਧੇ ਅਤੇ ਨਾ ਘਟੇ, ਇਹਦੇ ਲਈ ਕੀ ਕਰਨਾ ਹੋਵੇਗਾ? ਇਹਦੇ ਲਈ ਸਭ ਤੋਂ ਮੇਨ ਚੀਜ਼ ਤਾਂ ਹੈਗੀ ਕਿ ਆਪਣਾ ਕੈਲਸ਼ੀਅਮ ਲੈਵਲ ਸਾਨੂੰ ਚੈੱਕ ਕਰਾਉਣਾ ਚਾਹੀਦਾ, ਠੀਕ ਹੈ। ਔਰ ਕੈਲਸ਼ੀਅਮ ਲੈਵਲ ਮੋਸਟਲੀ ਜਿਹੜਾ 8 ਤੋਂ 10 ਆਪਾਂ ਨੂੰ ਚਾਹੀਦਾ ਹੁੰਦਾ, ਉਸ ਲੈਵਲ ਤੱਕ ਸਾਨੂੰ ਚੈੱਕ ਕਰਵਾ ਕੇ ਪਲੱਸ ਦੂਸਰੀ ਚੀਜ਼ ਕੀ ਹੁੰਦੀ, ਹੁਣ ਬਹੁਤ ਸਾਰੇ ਪੇਸ਼ੈਂਟ ਸਾਡੇ ਕੋਲ ਇਸ ਤਰ੍ਹਾਂ ਜਿਨ੍ਹਾਂ ਦਾ ਕੈਲਸ਼ੀਅਮ ਲੈਵਲ ਅੱਛਾ ਹੈ ਲੇਕਿਨ ਕੈਲਸ਼ੀਅਮ ਰਿਡਿਊਸ ਜ਼ਿਆਦਾ ਹੁੰਦਾ, ਠੀਕ ਹੈ। ਤਾਂ ਇਨਟੇਕ ਹੈ ਜਿਹੜਾ ਉਹ ਜਿੰਨਾ ਆਇਨਿਕ ਫਾਰਮ 'ਚ ਹੋਏਗਾ, ਹੁਣ ਕੈਲਸ਼ੀਅਮ ਲੈਵਲ ਨੂੰ ਪੂਰਾ ਕਰਨ ਲਈ ਤਾਂ ਤੁਸੀਂ ਕੈਲਸ਼ੀਅਮ ਕਾਰਬੋਨੇਟ ਦੀ ਟੈਬਲੇਟ ਲੈ ਲਓਗੇ ਤਾਂ ਬੋਡੀ ਨੂੰ ਤਾਂ ਵੀ ਪੂਰਾ ਕਰਕੇ ਦੇ ਦੇਣਾ, ਠੀਕ ਹੈ। ਲੇਕਿਨ ਉਹ ਬੋਡੀ ਯੂਜ਼ ਕਿੰਨਾ ਕਰ ਰਹੀ ਹੈ, ਇੰਪੋਰਟੈਂਟ ਚੀਜ਼ ਇਹ ਹੈਗੀ ਆ। ਔਰ ਯੂਜ਼ ਉਹਨੂੰ ਕਰੇਗੀ ਜਿਹੜੀ ਫਾਰਮ ਨੈਚੁਰਲ ਹੋਏਗੀ, ਨਾ ਕਿ ਗੋਲੀਆਂ ਦੇ ਰਾਹੀਂ ਪਾਊਚ ਦੇ ਰਾਹੀਂ ਖਾਧਾ ਗਿਆ ਕੈਲਸ਼ੀਅਮ ਤੁਹਾਡੇ ਕਿਸੇ ਕੰਮ ਆਏਗਾ। ਸੋ ਫਾਰਮ ਜਿਹੜੀ ਨੈਚੁਰਲ ਹੋਏਗੀ, ਜਿਹੜੀ ਆਪਾਂ ਦਰਸ਼ਕਾ ਕੇ ਰੱਖੀ ਹੈ ਸਬਜ਼ੀਆਂ ਦੇ ਰੂਪ ਦੇ ਵਿੱਚ, ਡਰਾਈ ਫਰੂਟ ਦੇ ਰੂਪ ਦੇ ਵਿੱਚ, ਔਰ ਸਭ ਤੋਂ ਰਿਚ ਫਾਰਮ ਹੈਗੀ ਹੈ ਇਸ ਟਾਈਮ 'ਤੇ ਸਫੇਦ ਤਿਲ ਦੇ ਲੱਡੂ। ਇਹਨੂੰ ਅੱਛਾ ਗੁੜ ਲੈ ਕੇ ਆਓ, ਤਿਲ ਲੈ ਕੇ ਆਓ, ਉਹਨੂੰ ਗਰਮ ਕਰਕੇ ਤਿਲ ਮਿਕਸ ਕਰਕੇ 30 ਤੋਂ 40 ਗ੍ਰਾਮ ਦਾ ਲੱਡੂ ਬਣਾਓ, ਹਫ਼ਤੇ 'ਚ ਇੱਕ ਲੱਡੂ ਸਾਰੇ ਪਰਿਵਾਰ ਨੂੰ ਖਵਾਓ। ਦਸੰਬਰ ਪਿਆ, ਜਨਵਰੀ ਪਈ ਹੈ, ਇਹ 2 ਮਹੀਨੇ ਦੇ ਵਿੱਚ ਸਰਦੀਆਂ ਦੇ ਵਿੱਚ ਉਹਦੀ ਅੱਛੀ ਜਿਹੜੀ ਕਿ ਇਨਟੇਕ ਕਰੋ। ਔਰ ਦੈਨ ਹਰ ਬਦਲਦੀ ਰੁੱਤ ਦੇ ਵਿੱਚ ਅਲੱਗ-ਅਲੱਗ ਸੋਰਸ ਜਿਵੇਂ ਕਿ ਆਪਾਂ ਵੀਡੀਓ 'ਚ ਦੱਸ ਚੁੱਕੇ ਹਾਂ, ਤੁਸੀਂ ਉਹਨੂੰ ਵੀ ਅਪਣਾ ਸਕਦੇ ਹੋ ਔਰ ਆਪਣੇ ਢਾਂਚੇ ਨੂੰ, ਇਸ ਬੁਨਿਆਦ ਨੂੰ ਮਜ਼ਬੂਤ ਕਰ ਸਕਦੇ ਹੋ। ਦੂਸਰੀ ਗੱਲ ਇਹ ਵੀ ਹੈ, ਅਸੀਂ ਬੜੇ ਕਾਹਲੇ ਪੈ ਜਾਂਦੇ ਹਾਂ, ਇਹ ਨਹੀਂ ਕਿ 4 ਲੱਡੂ ਖਾਧੇ ਅਤੇ ਉਸ ਤੋਂ ਬਾਅਦ ਐਨਾਲਾਈਜ਼ ਕਰਨ ਲੱਗ ਪਓ। ਪੂਰਾ 1 ਸਾਲ ਬੋਡੀ ਨੂੰ ਦਿਓ, ਇਹਨਾਂ ਸੋਰਸਿਸ ਨੂੰ ਇਨਟੇਕ ਕਰੋ, ਤਾਂ ਤੁਹਾਨੂੰ ਅਗਲੇ ਸਾਲ ਅਗਲੀ ਸਰਦੀਆਂ ਦੇ ਆਉਂਦੇ ਤੱਕ ਤੁਹਾਨੂੰ ਤੁਹਾਡੇ ਸਰੀਰ ਦੇ ਵਿੱਚ ਕਾਫੀ ਅੱਛੇ ਬਦਲਾਵ ਦੇਖਣ ਨੂੰ ਮਿਲਣਗੇ। ਡਾਕਟਰ ਸਾਹਿਬ ਇੱਕ ਨਾਲ ਹੋਰ ਹੈ ਨਾ ਕਿ ਜੇਕਰ ਆਪਾਂ ਨੈਚੁਰਲ ਫਾਰਮ ਦੇ ਵਿੱਚ ਕੈਲਸ਼ੀਅਮ ਲੈਂਦੇ ਹਾਂ ਤਾਂ ਜੇ ਉਹ ਬੋਡੀ ਦੇ ਅੰਦਰ ਵੱਧ ਵੀ ਜਾਂਦਾ ਹੈ ਤਾਂ ਉਹ ਨੁਕਸਾਨ ਨਹੀਂ ਕਰਦਾ, ਲੇਕਿਨ ਜੇਕਰ ਆਪਾਂ ਕੈਮੀਕਲ ਕੈਲਸ਼ੀਅਮ ਲੈਂਦੇ ਹਾਂ ਤਾਂ ਉਹ ਜੇ ਵੱਧ ਗਿਆ ਤਾਂ ਉਹ ਨੁਕਸਾਨ ਕਰੇਗਾ। ਨੈਚੁਰਲੀ ਸਰ ਉਹੀ ਚੀਜ਼ ਆਪਾਂ ਕਹਿ ਰਹੇ, ਟੈਬਲੇਟ ਫਾਰਮ 'ਚ ਜਿੰਨਾ ਵੀ ਹੈ ਉਹ ਅਨਨੈਚੁਰਲ ਹੈ, ਉਹਨੂੰ ਫਾਰਮੂਲੇਟ ਕੀਤਾ ਗਿਆ, ਬੋਡੀ ਨੂੰ ਸਮਝ ਨਹੀਂ ਆਉਂਦਾ। ਉਹੀ ਕਹਿ ਰਿਹਾ ਵੀ ਜੇ ਲੱਡੂ ਆਪਾਂ 2 ਦੀ ਬਜਾਏ 3 ਜਾਂ 4 ਖਾ ਲਾਂਗੇ ਤਾਂ ਉਹ ਜਿਹੜਾ ਕੈਲਸ਼ੀਅਮ ਅੰਦਰ ਵੱਧ ਵੀ ਗਿਆ ਤਾਂ ਉਹ ਨੁਕਸਾਨ ਨਹੀਂ ਕਰੇਗਾ, ਵੱਧ ਤੋਂ ਵੱਧ ਗਰਮੀ ਥੋੜੀ ਜਿਹੀ ਲੱਗਣ ਲੱਗ ਜਾਏਗੀ। ਉਹ ਇਸੇ ਕਰਕੇ ਉਹਦੀ ਅਮਾਊਂਟ ਦੱਸ ਰਹੇ ਹਾਂ ਕਿ ਕਾਰਨ ਸਰ ਪਤਾ ਕੀ ਹੈ, ਲੋਕਾਂ ਨੂੰ ਪੈਰਾਸੀਟਾਮੋਲ ਤੋਂ ਡਰ ਨਹੀਂ ਲੱਗਦਾ, ਲੱਡੂ ਖਾਣ ਤੋਂ ਲੱਗਣਾ, ਠੀਕ। ਉਹ ਹੁਣ ਕਿਸੇ ਨੂੰ ਤੁਲਸੀ ਦੇ ਦਿਓ, ਜੀ ਤਾਂ ਗਰਮ ਨਹੀਂ ਹੁੰਦੀ, ਠੀਕ। ਅੱਛਾ ਬੱਚਾ 6 ਮਹੀਨੇ ਦਾ ਬੱਚਾ ਜਾਂ ਸਾਲ ਦਾ ਬੱਚਾ ਹੈ, ਕਹਿੰਦੇ ਜੀ ਉਹਨੂੰ ਵੈਸੇ ਤੁਸੀਂ ਐਡਵਾਈਸ ਕਰ ਦਿਓ ਵੀ ਅਗਰ ਬੱਚੇ ਨੂੰ ਖਾਂਸੀ ਆਉਂਦੀ ਹੈ, ਫੀਵਰ ਹੁੰਦਾ ਹੈ ਤਾਂ ਤੁਲਸੀ ਦੀਆਂ 2 ਬੂੰਦਾਂ ਪਿਲਾ ਦਿਆ ਕਰੋ। ਅੱਛਾ ਇਹ ਤਾਂ ਗਰਮ ਨਹੀਂ ਹੁੰਦੀ, ਤਾਂ ਜਿਹੜੀ ਉਹਨੂੰ ਪਤਾ ਨਹੀਂ 10 ਵਾਰੀ ਪੈਰਾਸੀਟਾਮੋਲ ਲਿਕੁਇਡ ਫਾਰਮ 'ਚ ਦੇ ਚੁੱਕੇ ਹੋਵਾਂਗੇ, ਉਹਦਾ ਪਤਾ ਹੀ ਨਹੀਂ ਸਾਨੂੰ ਕਿ ਉਹ ਕਿੰਨੀ ਗਰਮ ਸੀ। ਸਿੰਗਲ ਪੈਰਾਸੀਟਾਮੋਲ ਦੀ ਗੋਲੀ ਜਿਹੜੀ ਆ ਉਹ ਕਾਜ਼ ਆਫ ਡੈਥ ਬਣਦੀ ਹੈ। ਬਿਲਕੁਲ ਬਿਲਕੁਲ, ਤਾਂ ਉਹਦਾ ਨਹੀਂ ਪਤਾ ਹੈਗਾ ਕਿ ਅਸਲੀ ਖਤਰਨਾਕ ਗਰਮੀ ਕਿਹੜੀ ਹੈ, ਠੀਕ ਹੈ। ਤਾਂ ਇਸ ਕਰਕੇ ਇਸ ਲੱਡੂ ਦੀ ਅਮਾਊਂਟ ਦੱਸ ਰਹੇ ਹਾਂ, ਇਹ ਨਾ ਹੋਵੇ ਕਿ ਕੋਈ ਚਾਹ 'ਚ ਸਵਾਸ 'ਚ 4 ਖਾ ਲਵੇ, ਅਗਲੇ ਦਿਨ ਯੂਰੀਨ ਲੱਗ ਕੇ ਆਵੇ ਅਤੇ ਪੀਲਾ ਆਵੇ ਅਤੇ ਉਹ 10 ਜਣਿਆਂ ਨੂੰ ਉਹਨੇ ਦੱਸਣਾ ਇਹ ਨਾ ਖਾਓ ਗਰਮ ਹੁੰਦਾ, ਇਹ ਨਾ ਖਾਓ ਗਰਮ ਹੁੰਦਾ, ਠੀਕ ਹੈ। ਅੱਛਾ ਕੈਲਸ਼ੀਅਮ ਦੀਆਂ ਗੋਲੀਆਂ ਖਾ ਕੇ ਕਿੰਨੇ ਸਟੋਨ ਬਣੇ ਨੇ ਅਤੇ ਕਿੰਨਿਆਂ ਦੀ ਇਨਫੈਕਸ਼ਨ ਹੋਈ ਕਿਡਨੀ 'ਚ, ਇਹ ਕਿਸੇ ਨੇ ਨਹੀਂ ਦੱਸਿਆ ਵੀ ਇਹ ਨਾ ਖਾਓ ਕਿਡਨੀ ਖਰਾਬ ਹੁੰਦੀ, ਇਹ ਨਾ ਖਾਓ ਕਿਡਨੀ ਖਰਾਬ ਹੁੰਦੀ। ਲੱਡੂ 'ਤੇ ਰੌਲਾ ਜ਼ਰੂਰ ਪੈ ਜਾਣਾ। ਇਸ ਕਰਕੇ ਆਪਾਂ ਕਹਿ ਰਹੇ ਵੀ ਇੱਕ ਵਾਰੀ ਸਾਰੇ ਸਟਾਰਟਅਪ ਲੈਣ, ਚਾਹੇ ਇੱਕ 30 ਗ੍ਰਾਮ ਦੇ ਲੱਡੂ ਤੋਂ ਲੈਣ, ਹਫ਼ਤੇ ਦੇ 1 ਲੱਡੂ ਤੋਂ ਲੈਣ, ਜੇ ਪੂਰਾ ਸਾਲ ਹਾਂ ਇਹ ਲੱਡੂ ਸਰਦੀ 'ਚ ਹੀ ਖਾਣੇ ਆ, ਉਸ ਤੋਂ ਬਾਅਦ ਸੋਰਸ ਜਿਹੜੇ ਦੱਸੇ ਆ ਬਦਲ ਕੇ ਲੈਂਦੇ ਰਹੋ। ਪੂਰਾ ਸਾਲ ਇਹਦੇ
ਕੈਲਸ਼ੀਅਮ ਦੀ ਮਾਤਰਾ ਪੂਰੀ ਰੱਖੋ। ਦਿਮਾਗ ਤੇ ਮਸਲ ਦੋਨੇ ਤੁਹਾਡੀ ਤਾਕਤ, ਤੁਹਾਡਾ IQ ਲੈਵਲ ਬਹੁਤ ਸਟਰੋਂਗ ਹੋ ਜਾਏਗਾ। ਤੁਹਾਡੀ ਮੈਮਰੀ ਇੰਨੀ ਸ਼ਾਰਪ ਹੋ ਜਾਏਗੀ, ਪੂਰਾ ਸਾਲ ਆਪਣੇ ਕੈਲਸ਼ੀਅਮ ਦਾ ਜਿਹੜਾ ਸੋਰਸ, ਹੱਡੀ ਤੇ ਮਜ਼ਬੂਤ ਹੋਣੀ ਹੈ, ਦਿਮਾਗ ਲਈ, ਮਸਲ ਲਈ, ਮੈਮਰੀ ਲਈ ਤੇ ਬਹੁਤ ਵੱਡੇ ਰੋਲ ਨੇ। ਸੋ ਆਈ ਥਿੰਕ ਤੁਹਾਨੂੰ ਇਹ ਜਾਣਕਾਰੀ ਤੁਹਾਡੇ ਕੰਮ ਆਏਗੀ, ਜਿੰਨਾ ਤੁਸੀਂ ਇਹਨੂੰ ਭਾਵਨਾ ਨਾਲ ਸੁਣੋਗੇ ਔਰ ਚੰਗੀ ਲੱਗੇਗੀ ਤਾਂ ਕਿਸੇ ਹੋਰ ਦੀ ਸੇਵਾ 'ਚ ਵੀ ਸਰਵ ਕਰ ਦਿਓ ਜੀ, ਮਤਲਬ ਇਹਨੂੰ ਸ਼ੇਅਰ ਵੀ ਕਰ ਦਿਓ ਜੀ। ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਕਿਆ ਕਮਾਲ ਦੀ ਜਾਣਕਾਰੀ ਦਿੱਤੀ। ਮੈਨੂੰ ਲੱਗਦਾ ਕਿ ਇੰਨੀ ਜ਼ਿਆਦਾ ਡਿਟੇਲ ਦੇ ਵਿੱਚ ਜਾਣਕਾਰੀ ਦੇਣ ਤੋਂ ਬਾਅਦ ਹੁਣ ਸਾਰਿਆਂ ਦੇ ਪੱਲੇ ਪੈ ਗਈ ਹੋਣੀ। ਥੈਂਕ ਯੂ ਜੀ। ਨਿਊਜ਼ ਏਸ਼ੀਆ ਪੰਜਾਬੀ ਸਾਰੇ ਦਰਸ਼ਕਾਂ ਦਾ ਪਿਆਰ ਤੇ ਆਸ਼ੀਰਵਾਦ ਬਣਾਏ ਰੱਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਸੋ ਇਹ ਸਨ ਡਾਕਟਰ ਵਰਿੰਦਰ ਸਿੰਘ ਭੁੱਲਰ, ਜਿਨ੍ਹਾਂ ਨੇ ਸਾਨੂੰ ਕੈਲਸ਼ੀਅਮ ਦੇ ਸੰਬੰਧੀ ਉਹ ਜਾਣਕਾਰੀ ਦਿੱਤੀ ਹੈ ਜਿਹੜੀ ਕਿ ਬਹੁਤ ਸਾਰੀ ਜਗ੍ਹਾ ਦੇ ਉੱਤੇ ਖਿਲਰੀ ਪਈ ਸੀ। ਮਤਲਬ ਹਰ ਕੋਈ ਬੰਦਾ ਜਿਹੜਾ ਆਪਣੇ ਆਪਣੇ ਢੰਗ ਨਾਲ ਇਹਨੂੰ ਖਿਲਾਰ ਕੇ ਜੇ ਥੋੜ੍ਹੀ ਜਾਣਕਾਰੀ ਦੇਣ ਦੇ ਵਿੱਚ ਲੱਗਾ ਰਹਿੰਦਾ ਸੀ, ਲੇਕਿਨ ਅੱਜ ਜਿਹੜਾ ਇੱਕ ਸਾਰਾ ਸਿਸਟਮ ਇਕੱਠਾ ਕਰਕੇ ਇੱਕ ਜਗ੍ਹਾ 'ਤੇ ਧਰ ਦਿੱਤਾ ਗਿਆ ਅਤੇ ਤੁਹਾਨੂੰ ਹੁਣ ਹੋਰ ਕੈਲਸ਼ੀਅਮ ਵਾਸਤੇ ਜਿਹੜਾ ਉਹ ਕੁਛ ਹੋਰ ਪਾਸੇ ਫਰੋਲੀ ਕਰਨ ਦੀ ਲੋੜ ਨਹੀਂ ਪੈਣੀ। ਇੱਕੋ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਕੁਝ ਮਿਲ ਜਾਏਗਾ। ਜੇ ਘਟ ਗਿਆ ਤਾਂ ਕੀ ਕਰਨਾ, ਵੱਧ ਗਿਆ ਤਾਂ ਕੀ ਕਰਨਾ, ਕਿਹੜੇ ਸੋਰਸ ਨੇ ਸਾਨੂੰ ਕਿੱਥੋਂ ਕੈਲਸ਼ੀਅਮ ਮਿਲ ਸਕਦਾ, ਕਿਹੜੇ ਸੋਰਸ ਨੇ ਸਾਨੂੰ ਜਿੱਥੇ ਕੈਲਸ਼ੀਅਮ ਖਰਾਬ ਕਰਦੇ ਨੇ, ਕਿਹੜੇ ਸੋਰਸ ਨੇ ਸਾਨੂੰ ਜਿਹੜੇ ਕੈਲਸ਼ੀਅਮ ਦਾ ਫਾਇਦਾ ਕਰਦੇ ਨੇ, ਕੈਲਸ਼ੀਅਮ ਕਿਹੜੇ ਪਾਰਟ ਦੇ ਉੱਤੇ ਕੈਲਸ਼ੀਅਮ ਦਾ ਕੀ ਰੋਲ ਹੈਗਾ, ਹਰ ਚੀਜ਼ ਜਿਹੜੀ ਅੱਜ ਇਸ ਦੇ ਵਿੱਚ ਕਲੀਅਰ ਕਰ ਦਿੱਤੀ ਗਈ। ਉਮੀਦ ਹੈ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਅਤੇ ਜੇ ਪਸੰਦ ਆ ਗਈ ਹੈ ਤਾਂ ਫਿਰ ਇਸ ਨੂੰ ਸ਼ੇਅਰ ਕਰ ਦਿਓ, ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਤਾਂ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਪੁੱਠੇ ਸਿੱਧੇ ਕੈਲਸ਼ੀਅਮ ਖਾ ਕੇ ਆਪਣਾ ਅੰਗ ਖਰਾਬ ਕਰ ਰਹੇ ਨੇ, ਹੱਡੀਆਂ ਖਰਾਬ ਕਰ ਰਹੇ ਨੇ, ਹੋਰ ਬਹੁਤ ਸਾਰਾ ਉਹਨਾਂ ਨੂੰ ਨੁਕਸਾਨ ਖਰਾਬ ਕਰ ਰਹੇ ਨੇ। ਆਪਣਾ ਅੰਦਰ ਦਾ ਜਿਹੜਾ ਉਹਨਾਂ ਦੇ ਸਟੋਨ ਬਣ ਰਹੇ ਨੇ, ਕਿਡਨੀ ਬਣ ਰਹੀ ਹੈ ਉਹਨਾਂ ਦੀ ਕਿਡਨੀ ਦੇ ਵਿੱਚ ਸਟੋਨ ਬਣ ਰਿਹਾ, ਯੂਰਿਨ ਪਾਈਪ ਉਹਨਾਂ ਦੀ ਖਰਾਬ ਹੋ ਰਹੀ ਹੈ, ਬਹੁਤ ਸਾਰੇ ਨੁਕਸਾਨ ਉਹਨਾਂ ਦੇ ਬਾਡੀ ਦੇ ਅੰਦਰ ਹੋ ਰਹੇ ਨੇ, ਹਾਰਟ ਅਟੈਕ ਦਾ ਕਾਰਨ ਬਣ ਜਾਂਦੇ ਨੇ, ਅੰਦਰ ਬਲੱਡ ਵੈਸਲਸ ਦੇ ਵਿੱਚ ਜਿਹੜਾ ਸਲੱਜ ਜੰਮ ਜਾਂਦਾ ਕੈਲਸ਼ੀਅਮ ਦੇ ਰੂਪ ਦੇ ਵਿੱਚ, ਬਹੁਤ ਸਾਰਾ ਨੁਕਸਾਨ ਜਿਹੜਾ ਉਹ ਪੁੱਠਾ ਸਿੱਧਾ ਕੈਲਸ਼ੀਅਮ ਖਾਣ ਕਰਕੇ ਹੋ ਜਾਂਦਾ। ਲੇਕਿਨ ਜਿਹੜੀ ਜਾਣਕਾਰੀ ਇਹਦੇ ਵਿੱਚ ਦਿੱਤੀ ਗਈ ਹੈ ਉਹ ਸਾਰੀ ਮੈਨੂੰ ਲੱਗਦਾ ਬੜੀ ਸੌਖੀ ਅਤੇ ਬੜੀ ਆਸਾਨੀ ਦੇ ਨਾਲ ਉਸ ਨੂੰ ਅਪਣਾਇਆ ਜਾ ਸਕਦਾ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ ਜ਼ਰੂਰ ਦੇਣਾ। ਕਮੈਂਟ ਬਾਕਸ ਦੇ ਵਿੱਚ ਇਹ ਜ਼ਰੂਰ ਲਿਖ ਦੇਣਾ ਕਿ ਕਿਹੜੀ ਗੱਲ ਤੁਹਾਨੂੰ ਬਹੁਤ ਵਧੀਆ ਲੱਗੀ ਅਤੇ ਕਿਹੜੀ ਗੱਲ ਜਿਹੜੀ ਆ ਉਹ ਅਸੀਂ ਕਰਨੀ ਭੁੱਲ ਗਏ, ਤਾਂ ਕਿ ਜੇਕਰ ਅਗਲੀ ਕੋਈ ਵੀਡੀਓ ਬਣਾਈਏ ਉਹਦੇ ਵਿੱਚ ਇਹ ਚਰਚਾ ਜ਼ਰੂਰ ਛੇੜ ਲਈਏ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।